ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਹੈ ਪੰਜਾਬ ਫੋਕਸ। ਤੁਹਾਨੂੰ ਪਤਾ ਹੈ ਕਿ ਪੰਜਾਬ ਫੋਕਸ ਦੇ ਵਿੱਚ ਅਸੀਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਫੋਕਸ ਕਰਦੇ ਹਾਂ। ਉਹ ਮੁੱਦੇ ਜਿਹੜੇ ਚਲੰਤ ਹੁੰਦੇ ਨੇ ਔਰ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਜਿਹੜੇ ਨੇ ਮੇਰੇ ਸਾਥੀ ਜੁੜਦੇ ਨੇ। ਬਲਕਾਰ ਸਿੰਘ ਜੀ, ਬਲਕਾਰ ਜੀ ਤੁਹਾਡਾ ਸਵਾਗਤ ਹੈ। हाँ जतिंदर खैरा जी, बहुत बहुत धन्यवाद, शुक्रिया। ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਉਹਨਾਂ ਨੂੰ ਪਤਾ ਹੈ ਕਿ ਇਹ ਪ੍ਰੋਗਰਾਮ ਜਿਹੜਾ ਚਲੰਤ ਮਾਮਲਿਆਂ 'ਤੇ ਆਧਾਰਿਤ ਆ ਔਰ ਪੰਜਾਬ ਵਿੱਚ ਜਿਹੜੇ ਮੁੱਦੇ ਖਾਸ ਤੌਰ 'ਤੇ ਭਖਦੇ ਆ ਅਸੀਂ ਉਹਨਾਂ ਨੂੰ ਇਹ 'ਚ ਇਨਕਲੂਡ ਕਰਦੇ ਹਾਂ। ਤੇ ਮੇਰਾ ਖਿਆਲ ਹੈ ਤੁਸੀਂ ਉਹੀ ਮੁੱਦਾ ਲਾਓਗੇ ਜਿਹੜੇ ਮੁੱਦਾ ਇਸ ਵੇਲੇ ਬਿਲਕੁਲ ਲੋਕਾਂ ਦੀ ਨਜ਼ਰ ਵਿੱਚ ਆ। ਅੱਛਾ, ਮੈਂ ਸਾਂਝਾ ਕਰੀਏ ਲੋਕਾਂ ਨਾਲ। ਵਾਕਈ ਮੈਂ ਉਸ ਮੁੱਦੇ ਦੀ ਗੱਲ ਕਰੂੰਗਾ। ਕੱਲ ਆਪਾਂ ਪਿੰਡ ਰੋਡੇ ਦੀ ਗੱਲ ਕਰਦੇ ਹਾਂ। ਉਹ ਪਿੰਡ ਜਿਹਨੂੰ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਰੋਡੇ ਵਾਲਿਆਂ ਦਾ ਬੜਾ ਹੀ ਸਨਮਾਨ ਹੈ, ਕਿਉਂਕਿ ਅਸੀਂ ਧਾਰਮਿਕ ਲਹਿਰ ਦੇ ਨਾਲ ਉਹਨੂੰ ਜੋੜਦੇ ਹਾਂ। ਸੰਤ ਜਰਨੈਲ ਸਿੰਘ ਭਿੰਡਰਾਂ ਹੋਣ ਵਾਲੇ ਦਾ ਪਿੰਡ ਹੈ। ਜੀ ਜੀ। ਕੱਲ ਦਸਤਾਰਬੰਦੀ ਹੁੰਦੀ ਹੈ ਜੀ। ਵਾਰਿਸ ਪੰਜਾਬ ਦੇ ਤੁਹਾਨੂੰ ਪਤਾ ਹੋ ਗਿਆ ਜਥੇਬੰਦੀ ਆ ਅੰਮ੍ਰਿਤਪਾਲ ਸਿੰਘ। ਹਾਂ ਹਾਂ। ਕਿੱਧਰ ਨੂੰ ਜਾ ਰਿਹਾ ਇਹ? ਕਿਵੇਂ ਤੁਸੀਂ ਦੇਖ ਰਹੇ ਹੋ? ਕਿਉਂਕਿ ਉਹ ਬਾਣਾ ਇੱਦਾਂ ਲੱਗਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਹੋਣਾ ਵਾਲੇ ਵਾਂਗੂ ਕੀਤਾ ਜਾਂਦਾ, ਬੋਲਚਾਲੀ ਵੀ ਇੱਦਾਂ ਦੀ ਮੇਨਟੇਨਡ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਬਹੁਤ ਕੁਝ ਹੋਰ ਹੈਗਾ ਆ। ਮੈਂ ਅੱਜ ਹੀ ਬੜੇ ਸਾਰੇ ਜਿਹੜੇ ਕਹਿ ਲਓ ਕਿ ਪੋਲੀਟੀਸ਼ੀਅਨ ਜਾਂ ਪੋਲੀਟਿਕਸ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀਗਾ। ਇੱਥੋਂ ਤੱਕ ਕਿ ਸਾਡੇ ਜਿਹੜੇ ਵਿੱਤ ਮੰਤਰੀ ਹਰਪਾਲ ਚੀਮਾ ਉਹਨਾਂ ਨੇ ਕਿਹਾ ਵੀ ਅਸੀਂ ਅੰਮ੍ਰਿਤਪਾਲ ਦੀ ਜਿਹੜੀ ਪੁੱਛਗਿੱਛ ਹੁੰਦੀ ਹੈ ਜਾਂਚ ਕਰਾਵਾਂਗੇ, ਹੈ ਨਾ। ਜੋਗਿੰਦਰ ਸਿੰਘ ਗੁਰਾਹਾਂ ਹੁਣੀ ਕਹਿੰਦੇ ਆ ਵੀ ਇਹ ਕੱਲ੍ਹ ਦਾ ਦੁਬਈ ਦਾ ਹੈ ਸ਼ੁਕਰ ਆ, ਅੱਜ ਇੱਥੇ ਪੰਜਾਬੀਆਂ ਨੂੰ ਹੱਕ ਸਿਖਾਊਗਾ ਔਰ ਇੰਨੇ ਤੱਤੇ ਬਿਆਨ ਦੇਣ ਡਿਆ, ਕਹਿੰਦਾ ਜੀ ਸਿਰ ਮੰਗਦੀ ਆ ਕੌਮ। ਕਿੱਦਾਂ ਦੇਖਦੇ ਹੋ ਤੁਸੀਂ ਪਹਿਲਾਂ ਤਾਂ? ਜਤਿੰਦਰ ਖੈਰਾ ਜੀ, ਵੈਸੇ ਇਹ ਜਿਹੜਾ ਮੁੱਦਾ ਬਿਲਕੁਲ ਲੋਕਾਂ ਦੀ ਨਜ਼ਰ 'ਚ ਆ ਗਿਆ ਔਰ ਲੋਕ ਤਾਂ ਇਹਦੇ ਵਿੱਚ ਬੜੇ ਪਿਆਰ ਸਤਿਕਾਰ ਨਾਲ ਪੇਸ਼ ਆਏ ਆ। ਪਰ ਜਿਹੜਾ ਸਿਆਸੀ ਮਾਮਲਾ ਬਣਾ ਦਿੱਤਾ ਗਿਆ, ਜਿੱਦਾਂ ਤੁਸੀਂ ਹਰਪਾਲ ਚੀਮਾ ਦੀ ਗੱਲ ਕੀਤੀ, ਉਹਨਾਂ ਨੇ ਕੀ ਕੁਛ ਕਿਹਾ, ਪੜਤਾਲ ਕਰਾਉਂਗੇ, ਇਹ ਕਰਾਉਂਗੇ। ਔਰ ਉਹਨਾਂ ਨੇ ਜਿਹੜੇ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਨੇ ਪੰਜਾਬ ਲਈ, ਉਹਦੇ ਫਾਦਰ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਬਹੁਤ ਕੁਛ ਕੀਤਾ ਪੰਜਾਬ ਲਈ। ਕੋਈ ਇਸ ਤਰ੍ਹਾਂ ਦੀ ਕੋਈ ਗੱਲ ਤਾਂ ਨਹੀਂ ਕਿ ਜਿਹਦੇ ਵਿੱਚ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਵੇ, ਜਿਹਦੇ ਵਿੱਚ ਸਾਡੇ ਜਿੰਨੇ ਪ੍ਰਵਾਸੀ ਭਾਰਤੀ ਨੇ ਜਾਂ ਜਿਹੜੇ ਲੋਕ ਇੱਧਰ ਬੈਠੇ ਨੇ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ। ਇਹ ਦੋ ਤਿੰਨ ਧਿਰਾਂ ਨੇ ਇਹਨੂੰ ਬੜਾ ਹੋਰ ਤਰੀਕੇ ਨਾਲ, ਹੋਰ ਨਿਗਾਹ ਨਾਲ ਦੇਖਿਆ। ਜਦੋਂ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਅੰਮ੍ਰਿਤਸਰ, ਉਹਦੇ ਜਿਹੜੇ ਆਗੂ ਨੇ, ਪ੍ਰਧਾਨ ਨੇ ਧਾਮੀ ਜੀ, ਰਜਿੰਦਰ ਧਾਮੀ ਜੀ, ਉਹਨਾਂ ਨੇ ਇਸ ਗੱਲ ਦੇ ਵਿੱਚ ਕਿਹਾ ਕਿ ਜਿਹੜਾ ਇਹਨੂੰ ਸਿਆਸੀ ਮੁੱਦਾ ਬਣਾਉਣ ਦਾ ਜਿਹੜਾ ਇਹ ਮਨਸ਼ਾ ਵਾ, ਇਹ ਬੜਾ ਮਾੜਾ ਵਾ। ਇਹਦੇ ਪਿੱਛੇ ਕਈ ਹੋਰ ਸਿੱਟੇ ਵੀ ਭਿਆਨਕ ਨਿਕਲ ਸਕਦੇ। ਆਪਾਂ ਕਹਿੰਦੇ ਆ ਕਿ ਪਿੱਛੇ ਬੜੀਆਂ ਸਾਰੀਆਂ ਏਜੰਸੀਆਂ ਦੀ ਗੱਲ ਕੀਤੀ ਜਾਂਦੀ ਆ। ਫਿਰ ਸਟੇਜ ਤੋਂ ਅੰਮ੍ਰਿਤਪਾਲ ਵੱਲੋਂ ਤੱਤੇ ਬਿਆਨ, ਇੱਕ ਬਿਆਨ ਮੈਂ ਕੱਲ੍ਹ ਦਾ ਹੀ ਸੁਣਦਾ ਸੀਗਾ, ਕਹਿੰਦੇ ਜੀ ਕਿ ਸਿੱਖ ਸੰਗਤ ਨੂੰ ਸੋਧਾ ਲਾਉਣ ਦਾ ਪੂਰਾ ਹੱਕ ਆ ਜੇ ਕੋਈ ਬੇਅਦਬੀ ਲਿਆਉਂਦਾ ਆ। ਲੋਕਤੰਤਰ ਦੇ ਵਿੱਚ ਰਹਿ ਕੇ ਇੱਦਾਂ ਦੀ ਬਿਆਨਬਾਜ਼ੀ, ਚਲੋ ਇੱਕ ਕਹਿੰਦੇ ਧਾਰਮਿਕ ਜਥੇਬੰਦੀਆਂ ਕਹਿੰਦੀਆਂ ਵੀ ਇਹ ਗੱਲ ਸਹੀ ਵੀ ਹੈ, ਕੋਲ ਕਿਸੇ ਵੀ ਧਰਮ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਪਰ ਅਸੀਂ ਜਦੋਂ ਕਹਿੰਦੇ ਆ ਕਿ ਅਸੀਂ ਇੱਕ ਲੋਕਤਾਂਤਰਿਕ ਮੁਲਕ ਦੇ ਵਿੱਚ ਰਹਿੰਦੇ ਹਾਂ, ਉਸ ਤੋਂ ਬਾਅਦ ਸਿਰ ਮੰਗਣ ਦੀਆਂ ਗੱਲਾਂ ਵੀ ਜੇ ਤੁਸੀਂ ਕੁਰਬਾਨੀ ਦੇਣੀ ਆ ਤਾਂ ਮੇਰੇ ਕੋਲੇ ਆ ਜਾਓ, ਇਹ ਕੀ ਹਿਸਾਬ ਕਿਤਾਬ ਹੈ? ਅਸਲ 'ਚ ਜਿਹੜਾ ਸਾਡੀ ਕਮਿਊਨਿਟੀ ਹੈ, ਇਹਦੇ ਵਿੱਚ ਜੋ ਕੁਛ ਵੀ ਅਜੇ ਤੱਕ ਵਾਰਦਾਤਾਂ ਹੋਈਆਂ, ਕੋਈ ਵੀ ਜਿਹੜੀ ਆ ਉਹ ਸਿਰੇ ਨਹੀਂ ਲੱਗੀ। ਉਹਦੇ ਵਿੱਚ ਜਿਹੜਾ ਜਿਹਨੂੰ ਘਚੋਲਾ ਕਹਿੰਦੇ ਪੰਜਾਬੀ 'ਚ, ਉਹ ਪਿਆ ਜਾ ਜਿਹੜੀ ਵੀ ਗੱਲ ਸ਼ੁਰੂ ਹੁੰਦੀ ਹੈ। ਜਿੱਦਾਂ ਮੁਕਤਸਰ ਤੋਂ ਪਹਿਲੋਂ ਔਰ ਫਰੀਦਕੋਟ ਦੇ ਕਿਸੇ ਗੁਰਦੁਆਰੇ 'ਚ ਗੁੱਥਾ ਹੋ ਕੇ ਉੱਥੇ ਗਾਤਰੇ ਪਾ ਕੇ ਪੱਗਾਂ ਲਵਾਈਆਂ ਔਰ ਡਾਂਗੋ ਡਾਂਗੀ ਹੋਏ ਆ। ਇਸੇ ਤਰ੍ਹਾਂ ਕੈਨੇਡਾ ਦੇ ਕੁਝ ਗੁਰਦੁਆਰਿਆਂ 'ਚ ਵੀ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ। ਜਦੋਂ ਇਹਨੇ ਹਰ ਗੱਲ ਨੂੰ ਧਰਮ ਨਾਲ ਜੋੜ ਕੇ ਅੱਗੇ ਵੇਖਦੇ ਆ ਤਾਂ ਉਦੋਂ ਇਹਨਾਂ ਨੂੰ ਬਿਲਕੁਲ ਸੁੰਨਮਸਾਨ ਲੱਗਦਾ ਸਾਰਾ ਕੁਝ। ਇਹ ਸਿਰਫ ਅਤੇ ਸਿਰਫ ਆਪਣੇ ਵਿਅਕਤੀਗਤ ਦੀ ਗੱਲ ਜਿੱਥੇ ਇਹਨਾਂ ਦੀ ਆਉਂਦੀ ਹੈ, ਚਾਹੇ ਕੋਈ ਧਾਰਮਿਕ ਨੇਤਾ, ਚਾਹੇ ਕੋਈ ਉਹਦੇ ਪਿੱਛੇ ਕਾਰਕੁਨ ਕੋਈ ਹੋਰ ਹੈਗਾ। ਔਰ ਉਹ ਸਾਰੀਆਂ ਜਥੇਦਾਰੀਆਂ ਦੀ ਲੜਾਈ ਦੇ ਵਿੱਚ ਪਿੱਛੇ ਇਹਨਾਂ ਨੇ ਧਰਮ ਨੂੰ ਅੱਗੇ ਲਾ ਲੈਂਦੇ ਆ। ਔਰ ਇਹ ਜਿਹੜਾ ਹੁਣ ਆਹ ਮੁੱਦਾ ਸ਼ੁਰੂ ਹੋਇਆ, ਰੋਡਾ ਵਾਲਾ ਦਾ ਕੇਸ ਜਿਹੜਾ ਹੋਇਆ ਵਾ, ਇਹਦੇ ਵਿੱਚ ਉਸ ਮਾਮਲੇ 'ਚ ਜਿਹੜਾ ਹੈਗਾ ਬਾਕੀ ਪਾਰਟੀਆਂ ਨੂੰ ਬੋਲਣ ਦਾ ਕੋਈ ਹੱਕ ਨਹੀਂ। ਜਦੋਂ ਕਿ ਇੱਕ ਧਰਮ ਨਾਲ ਜਾਂ ਦਸਤਾਰਬੰਦੀ ਦਾ ਕੰਮ ਹੈਗਾ, ਇਹਦੇ 'ਚ ਕੋਈ ਮੁੱਖ ਮੰਤਰੀ ਦਾ ਜਾਂ ਕਿਸੇ ਮੰਤਰੀ ਦਾ ਜਾਂ ਕਿਸੇ ਦੂਸਰੇ ਦਾ ਕੋਈ ਕਿਰਦਾਰ ਨਹੀਂ ਹੈਗਾ ਕਿ ਉਹ ਆਪਣੇ ਤਰੀਕੇ ਨਾਲ ਬਿਆਨ ਦੇਵੇ। ਔਰ ਜਦੋਂ ਕਿ ਗੱਲ ਸ਼ੁਰੂ ਹੁੰਦੀ ਹੈ, ਜਦੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਜੀਂਦੇ ਸੀ, ਉਦੋਂ ਤਾਂ ਸਾਰੇ ਥਰ ਕੰਬਦੇ ਸੀ, ਹਰ ਕੋਲ ਕੋਈ ਬਿਆਨ ਨਹੀਂ ਸੀ ਦਿੰਦਾ। ਹੁਣ ਇਹ ਤੋਂ ਬਾਅਦ ਜੋ ਕੁਛ ਹੋ ਗਿਆ, ਜੋ ਕੁਛ ਦਿੱਤਾ ਗਿਆ, ਜੋ ਨਿਆਂ ਹੋ ਗਿਆ, ਉਹਦੇ ਵਿੱਚ ਇਹਨਾਂ ਨੇ ਫਿਰ ਅੱਖੀਂ ਘੱਟਾ ਪਾ ਕੇ ਬੜਾ ਕੁਝ ਬੋਲ ਦਿੱਤਾ। ਇਹ ਗੱਲ ਜਿਹੜੀ ਹੈਗੀ ਆ ਮੇਰੇ ਖਿਆਲ ਨਾਲ, ਜਾਂ ਸਾਡੇ ਮੀਡੀਆ ਦੇ ਲੋਕਾਂ ਦਾ ਨਾਲ, ਜਾਂ ਜਿਹੜੇ ਸੂਝਵਾਨ ਲੋਕ ਆ, ਉਹ ਇਸ ਗੱਲ ਤੋਂ ਪਰੇ ਹੋ ਗਏ। ਉਹਨਾਂ ਨੇ ਕਿਹਾ ਕਿ ਇਸ ਗੱਲ ਦੇ ਵਿੱਚ ਕੋਈ ਤੰਤ ਹੀ ਨਹੀਂ, ਇਹਦੇ ਵਿੱਚੋਂ ਕੀ ਨਿਕਲੂਗਾ, ਇਹਦਾ ਕੀ ਸਿੱਟਾ ਨਿਕਲੂਗਾ। ਇਸ ਗੱਲ ਨੂੰ ਇਹਨਾਂ ਨੇ ਆਪਣੇ ਸਿਆਸੀ ਹਾਲ ਨਾਲ ਆਪਣੇ ਪਾਸੇ ਵੱਲ ਨੂੰ ਖਿੱਚੋਤਾਣੀ ਲਾ ਦਿੱਤੀ ਆ ਔਰ ਇਹਦੇ ਵਿੱਚੋਂ ਕੁਝ ਨਿਕਲਣ ਦੀ ਆਸ ਨਹੀਂ ਤਾਂ ਨਾ ਨਿਕਲੂਗਾ। SGPC ਨੇ ਵੀ ਇਹਦੇ 'ਚ ਜਿਹੜੇ ਰੋਹ ਦਿਖਾਇਆ, ਉਹਨਾਂ ਦਾ ਤਾਂ ਆਪਣਾ ਮਸਲਾ ਇਸ ਵੇਲੇ ਪ੍ਰਧਾਨਗੀ ਦਾ ਰੌਲਾ ਪੈ ਰਿਹਾ। ਉਹਨਾਂ ਦਾ ਧਿਆਨ ਤਾਂ ਹਰਿਆਣੇ 'ਚ ਪਿਆ ਗਿਆ ਕਿ ਉੱਧਰ ਝੀਡਾ ਕਹਿੰਦਾ ਕਿ ਮੈਂ ਪ੍ਰਧਾਨ ਬਣਨਾ ਔਰ ਦਾਦੂਵਾਲ ਜੀ ਕਹਿੰਦੇ ਮੈਂ ਬਣ ਰਿਹਾ। ਉਹਨਾਂ ਦਾ ਆਪਸੀ ਖਿੱਚੋਤਾਣ ਵੀ ਹੈਗੀ ਆ। ਪੰਜਾਬ 'ਚ ਤੀਜਾ ਮਸਲਾ ਹੋਰ ਸ਼ੁਰੂ ਕਰ ਦਿੱਤਾ
ਔਰ ਇਹ ਮੇਰਾ ਖਿਆਲ ਹੈ ਕਿ ਜੇ ਇਸ ਤਰ੍ਹਾਂ ਦੇ ਕਰਨਗੇ ਤੇ ਧਰਮ ਨੂੰ ਤਾਂ ਖਤਰਾ ਹੈ ਹੀ ਆ, ਲੋਕਾਂ ਦੀ ਜਾਨ ਨੂੰ ਵੀ ਖਤਰਾ ਹੋਊਗਾ। ਲੋਕਾਂ ਦੀ ਜਾਨ ਨੂੰ ਵੀ। ਜੀ ਜੀ ਬਿਲਕੁਲ। ਅੱਛਾ, ਪੰਜਾਬ ਤੋਂ ਸਿੱਧਾ ਕੈਨੇਡਾ ਚੱਲਦੇ ਆ। ਜ਼ਰੂਰ, ਅੱਛੀ ਗੱਲ, ਚਲੋ ਅਡਾਰੀ ਮਾਰੋ ਉੱਧਰ ਦੀ। ਹਰ ਪੰਜਾਬੀ ਦਾ ਸੁਪਨਾ ਹੈ। ਹਾਂ, ਪਰ ਅੱਜ ਮੈਂ ਸੁਣਿਆ ਸੀ ਬੜੇ ਸਾਰੇ ਪੰਜਾਬੀ ਜਿਹੜੇ ਨੇ, ਕਿਉਂਕਿ ਮਹਿੰਗਾਈ ਬੜੀ ਹੋ ਗਈ ਕੈਨੇਡਾ ਦੇ ਵਿੱਚ, ਬਿਲਕੁਲ ਬਿਲਕੁਲ, ਘਰ ਮਹਿੰਗੇ ਆ, ਬੇਸਮੈਂਟਾਂ ਬੜੀਆਂ ਮਹਿੰਗੀਆਂ ਨੇ। ਹਾਂ, ਇੱਕ ਜਗ੍ਹਾ ਪਿੰਡ ਇਦਾਂ ਦੀ ਸੀਗੀ ਜੋ ਤੁਸੀਂ ਕੱਲ ਦੇਖਦੇ ਸੀ ਵੀ ਇਦਾਂ ਦੀ ਜਗ੍ਹਾ ਆ ਜਿੱਥੋਂ ਜਿਹੜੇ ਪੰਜਾਬੀ ਸਟੂਡੈਂਟ ਆ ਉਹਨਾਂ ਨੂੰ ਆਪਣਾ ਢਿੱਡ ਭਰਨ ਲਈ ਵੀ ਗੁਰਦੁਆਰਾ ਸਾਹਿਬ ਦਾ ਆਸਰਾ ਲੈਣਾ ਪਿਆ। ਵਾਕਈ ਬਹੁਤ ਮਹਿੰਗਾਈ ਹੋ ਗਈ ਹੈ। ਹਾਂ ਬਿਲਕੁਲ, ਜਿਹੜੇ ਲੋਕ ਉੱਥੇ ਅੱਜ ਕੱਲ੍ਹ ਤਾਂ ਮੀਡੀਆ ਤੇ ਪਤਾ ਵੀ ਲੱਗ ਜਾਂਦਾ, ਜਿਹੜੇ ਉੱਥੇ ਮੁੰਡੇ ਬੈਠੇ ਆ ਉਹ ਵੀ ਦੱਸਦੇ ਆ ਬ੍ਰੈਂਪਟਨ ਦੇ ਕੁਝ ਏਰੀਆ 'ਚ ਇਦਾਂ ਦੇ ਹਾਲਾਤ ਆਏ ਆ। ਵੈਸੇ ਜਿਹੜੇ ਬੇਸਮੈਂਟ ਤੇ ਮੁੰਡੇ ਰਹਿੰਦੇ ਜਾਂ ਉੱਪਰ ਕਮਰੇ ਲੈਂਦੇ ਆ, ਸਿੰਗਲ ਕਮਰਾ ਜਾਂ ਡਬਲ ਰੂਮ ਜਿਹੜਾ ਹੈਗਾ ਉਹ ਵੀ ਮਹਿੰਗਾ ਹੈਗਾ ਇਹਨਾਂ ਨੂੰ, ਕਾਸਟ ਤਾਂ ਕਈ ਵੱਧ। ਇਹ ਤਾਂ ਇੰਟਰਨੈਸ਼ਨਲ ਲੈਵਲ ਤੇ ਤੌਰ ਤੇ ਜਿਹੜੀ ਮਹਿੰਗਾਈ ਦੀ ਮਾਰ ਹੈਗੀ, ਅਮਰੀਕਾ 'ਚ ਵੀ ਹੈਗੀ ਹੈ, ਕਿਉਂਕਿ ਅਮਰੀਕਾ ਤੇ ਦੋਨੇ ਪੜੋਸੀ ਦੇਸ਼ ਹੈਗੇ ਆ। ਹੁਣ ਤੁਸੀਂ ਆਪਣੇ ਪੰਜਾਬ ਦੀ ਗੱਲ ਕਰ ਲਓ, ਆਪਾਂ ਵੀ ਜੇ ਪਿੱਛੇ 10 ਸਾਲ ਦੀ ਗੱਲ ਕਰੀ ਤਾਂ ਹੁਣ ਤੱਕ ਕਿੱਥੇ ਬੈਠੇ ਆ, ਕੰਪੈਰੇਟਿਵਲੀ ਤਾਂ ਬਹੁਤ ਅੱਗੇ ਚਲੇ ਗਿਆ। ਔਰ ਇਹਦੇ ਨਾਲ 50,000 ਦੀ ਜਿਹੜੀ ਉਹਨਾਂ ਨੇ ਕਹਿਤਾ ਇੱਕ ਮੁੰਡੇ ਨੂੰ ਜਿਹੜਾ ਇੰਨਾ ਨੁਕਸਾਨ ਹੋਊਗਾ ਪਹਿਲੋਂ ਨਾਲੋਂ ਇਹ ਜਿਹੜਾ ਡਾਟਾ ਉਹਨਾਂ ਨੇ ਕੱਢਿਆ। ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਪਰ ਧਾਰਮਿਕ ਸੰਸਥਾਵਾਂ ਬੜਾ ਪ੍ਰੋਤਸਾਹਨ ਕਰ ਰਹੀਆਂ, ਉਹ ਹਮਾਇਤ ਕਰ ਰਹੀਆਂ ਔਰ ਉਹਨਾਂ ਨੂੰ ਬੁਲਾ ਵੀ ਰਹੀਆਂ। ਉੱਥੋਂ ਦੇ ਬ੍ਰੈਂਪਟਨ ਦੇ ਗੁਰਦੁਆਰਾ ਸਾਹਿਬ 'ਚ ਜਦੋਂ ਗਏ ਆ ਬੱਚੇ, ਉਹਨਾਂ ਦੇ ਉੱਥੇ ਲਈ ਖਾਣ ਪੀਣ ਵੀ ਆ, ਕੱਪੜਾ ਲੱਤਾ ਵੀ ਉਹਨਾਂ ਨੂੰ ਦਿੱਤਾ, ਰਹਿਣ ਲਈ ਵੀ ਜਗ੍ਹਾ ਦਿੱਤੀ ਹੈ। ਜਿਹੜੇ ਬੱਚੇ ਬੇਬਸ ਸੀਗੇ, ਪਰ ਬੱਚੇ ਕੰਮ ਤਾਂ ਕਰ ਰਹੇ ਆ, ਇੱਥੇ ਕੰਮ ਦੀ ਕੈਨੇਡਾ 'ਚ ਤਾਂ ਘਾਟ ਨਹੀਂ ਗਈ, ਪਰ ਜਿਹੜੇ ਵਿਹਲੜ ਨੇ ਬੱਚੇ ਉਹਨਾਂ ਲਈ ਤੇ ਘਰਦਿਆਂ ਤੇ ਆ ਕੇ ਸਾਰਾ ਪੈਸਾ ਉਹਨਾਂ ਨੂੰ ਦੇਣਾ ਪੈਂਦਾ, ਘਰਦਿਆਂ ਦੇ ਸਿਰ ਚੱਲ ਜਾਂਦੀ ਸਾਰੀ ਗੱਲ। ਜਿਹੜੇ ਮੁੰਡੇ ਡਬਲ ਡਿਊਟੀ ਦਿੰਦੇ ਆ 20 ਘੰਟੇ ਤਾਂ ਉਹਨਾਂ ਨੂੰ ਮਿਲਦਾ ਹੀ ਆ, ਸ਼ਨੀਚਰ ਐਤਵਾਰ ਤਾਂ ਉਹਨਾਂ ਨੂੰ ਮਿਲਦਾ ਹੀ ਆ, ਪਰ ਉਹਦੇ ਵਿੱਚ ਐਕਸਟਰਾ ਕੰਮ ਵੀ ਮੁੰਡੇ ਕਰ ਜਾਂਦੇ ਆ। ਜਿਹੜੇ ਜਵਾਨ ਮੁੰਡੇ ਆ ਉਹ ਕਮਾ ਲੈਂਦੇ ਆ। ਮੈਨੂੰ ਲੱਗਦਾ 20 ਘੰਟੇ ਸ਼ਨੀ ਐਤਵਾਰ ਨੂੰ ਕੱਟ ਕੇ ਆ, ਕਿਉਂਕਿ ਫਿਰ ਸਾਡੇ ਵਾਲੇ ਸ਼ਨੀ ਐਤਵਾਰ ਵੀ ਲਾ ਦਿੰਦੇ। ਉਹ ਤਾਂ ਥੋੜਾ ਇਹਨਾਂ ਤਾਂ ਘੱਟ ਆ, ਪਰ ਮੁੰਡੇ ਦਾਲ ਆ ਜਾਂਦੇ ਇੱਧਰ ਉੱਧਰ, ਉਹ ਤਾਂ ਉਹਨਾਂ ਆਫੀਸ਼ੀਅਲੀ ਮਿਲਦਾ ਨਾ ਉਹਨਾਂ ਨੂੰ। ਬਾਕੀ ਕੰਮ ਕਰ ਜਾਂਦੇ ਆ ਮੁੰਡੇ, ਡਰਾਈਵਿੰਗ ਗੱਡੀਆਂ ਵੀ ਚਲਾਉਣਾ ਜਾਣਦੇ ਆ, ਟਰੱਕ ਚਲਾ ਰਹੇ ਆ, ਬੜਾ ਕੁਝ ਕਰਦੇ ਆ, ਪੈਕਿੰਗ ਦਾ ਕੰਮ ਕਰਦੇ ਆ। ਜਦੋਂ ਕਿਸੇ ਦਾ ਘਰ ਬਦਲਣਾ ਉਹਨਾਂ 'ਚ ਟਰੱਕ ਲਾਇਆ, ਆਪ ਲੋਡ ਕੀਤਾ, ਆਪ ਅਨਲੋਡ ਕਰਕੇ ਪੈਸਾ ਕਮਾ ਰਹੇ ਮੁੰਡੇ। ਪਰ ਜਿਹੜੇ ਮਿਹਨਤੀ ਬੱਚੇ ਆ, ਜਿਹਨਾਂ ਨੂੰ ਪਤਾ ਮਾਂ ਪਿਓ ਦਾ ਇੰਨਾ ਨਾ ਪੈਸਾ ਖਰਚ ਕਰੀਏ, ਸਾਨੂੰ ਵੀ ਆਪਣੀ ਮਿਹਨਤ ਕਰਨੀ ਚਾਹੀਦੀ ਹੈ। ਪਰ ਮਹਿੰਗਾਈ ਉਹਨਾਂ ਲੋਕਾਂ ਲਈ ਹੁੰਦੀ ਹੈ ਜਿਹੜੇ ਕਮਾਈ ਨਹੀਂ ਕਰਦੇ। ਜਿਹੜੇ ਕਮਾਈ ਕਰਦੇ ਉਹਨਾਂ ਨੂੰ ਪਤਾ ਹੁਣ ਇੱਥੇ ਤੇਲ ਕਿੱਥੇ ਦਾ ਕਿੱਥੇ ਚਲੇ ਗਿਆ, ਦੁੱਧ ਕਿੰਨਾ ਮਹਿੰਗਾ ਹੋ ਗਿਆ। ਪਰ ਜਿਹੜੇ ਕੰਮ ਕਰਦੇ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ। ਮਹਿੰਗਾ ਕੰਮ ਉਹਦੇ ਲਈ ਹੁੰਦਾ ਜਿਹਨੇ ਕੰਮ ਨਹੀਂ ਕਰਨਾ ਤੇ ਹੱਥਾਂ 'ਤੇ ਹੱਥ ਧਰ ਕੇ ਬਹਿ ਰਹਿਣਾ, ਉਹੀ ਆ। ਇਹ ਜਿਹੜੇ 30 ਮਾਰ ਖਾਂ ਵੈਸੇ ਬਣਦੇ ਉਹਨਾਂ ਲਈ ਮਹਿੰਗਾਈ ਆ। ਜਿਹੜੇ ਮੁੰਡੇ ਉੱਥੇ ਡਰੱਗ ਦੇ ਪਿੱਛੇ ਲੱਗਦੇ ਆ, ਪੈਸਾ ਖਰਚ ਕਰਦੇ ਆ, ਉਹਨਾਂ ਲਈ ਤਾਂ ਨਾ ਪੜ੍ਹਾਈ ਪੂਰੀ ਹੋਣੀ ਆ, ਤੇ ਨਾ ਉਹਨਾਂ ਕੋਲ ਕੋਈ ਕੰਮ ਹੋਣਾ, ਤੇ ਨਾ ਉਹਨਾਂ ਨਾਲ ਕੁਝ ਪੱਕਾ ਵੀਜ਼ਾ ਲੈਣਾ। ਬੱਚੇ ਮਿਹਨਤੀ ਹੈ, ਜਿਨ੍ਹਾਂ ਨੇ ਸਟਰਗਲ ਕਰਨੀ ਹੈ, ਜਿਹੜੇ ਸੰਘਰਸ਼ ਚੋਂ ਗੁਜ਼ਰਨਗੇ ਹੈਗਾ। ਪਰ ਓਵਰਆਲ ਜਿਹੜੀ ਗੱਲ ਹੈਗੀ ਹੈ, ਵੀਡੀਓ ਆ ਰਹੀਆਂ ਨੇ, ਮਹਿੰਗਾਈ ਤਾਂ ਹੈ। ਜਿਹੜੇ ਮੁੰਡੇ ਉੱਥੇ ਬੈਠੇ ਆ ਉਹ ਦੱਸ ਰਹੇ ਆ, ਜਿਹੜੇ PR ਲੈ ਕੇ ਬੈਠੇ ਆ ਮੁੰਡੇ ਉਹ ਵੀ ਦੱਸ ਰਹੇ ਆ ਵੀ ਇੰਨੀ ਮਹਿੰਗਾਈ ਜ਼ਿਆਦਾ ਵਾ ਉੱਥੇ। ਜਿਹੜੇ ਬੱਸ ਜਿਹੜੇ ਲਓਗੇ ਨਾ ਤੁਸੀਂ, ਜਿਹੜਾ BC 'ਚ ਬ੍ਰਿਟਿਸ਼ ਕੋਲੰਬੀਆ 'ਚ, ਤੁਹਾਨੂੰ ਉੱਥੇ $200 ਲੈਂਦੇ ਆ। ਯੂ ਕੈਨ ਗੋ ਐਵਰੀਵੇਅਰ, ਜਿੱਥੇ ਮਰਜ਼ੀ ਜਾਓ ਕਿ ਘੁੰਮੋ ਫਿਰੋ। ਜੇ ਤੁਸੀਂ ਉੱਥੇ ਬੇਸਮੈਂਟ 'ਤੇ ਰਹਿ ਰਹੇ ਜੇ $400-500 'ਚ ਤੁਹਾਨੂੰ ਪਰ ਮੰਥ ਮਿਲ ਜਾਂਦਾ। ਜਿਹੜਾ ਤੁਸੀਂ ਦੂਜਾ ਲਓਗੇ, ਉੱਪਰ ਲਓਗੇ, ਥੋੜ੍ਹਾ ਜਿਹਾ ਮਹਿੰਗਾ ਹੈਗਾ। ਔਰ ਉੱਥੇ ਖਾਣ ਪੀਣ ਤਾਂ ਸਸਤਾ, ਖਾਣ ਪੀਣ ਬਹੁਤ ਸਸਤਾ ਤੁਹਾਡੇ ਲੋਕ। ਤੁਸੀਂ ਪੀਜ਼ਾ ਖਾਣਾ, ਬਰਗਰ ਖਾਣਾ, ਤੁਸੀਂ ਦੁੱਧ ਲੈਣਾ, ਕੌਫੀ ਲੈਣੀ ਆ, ਸਸਤਾ। ਫਰੂਟ ਬਹੁਤ ਸਸਤਾ, ਡਰਾਈ ਫਰੂਟ ਬਹੁਤ ਸਸਤਾ, ਇੱਦਾਂ ਦੀਆਂ ਚੀਜ਼ਾਂ ਤਾਂ ਹੈ। ਔਰ ਜੇ ਤੁਹਾਨੂੰ ਖਾਣ ਪੀਣ ਸਸਤਾ ਹੈਗਾ ਤਾਂ ਰਹਿਣ ਸਹਿਣ ਤਾਂ ਮਹਿੰਗਾ ਹੈਗਾ। ਔਰ ਉੱਥੇ ਈਵਨ ਜਿਹੜਾ ਗੱਦਾ ਲੈਣਾ ਜਾਂ ਜਿੱਥੇ ਲੰਮੇ ਪੈਂਦੇ ਆ, ਸੌਂਦੇ ਰਾਤ ਨੂੰ, ਉਹ ਵੀ ਬੜਾ ਮਹਿੰਗਾ। ਔਰ ਹੁਣ ਸਰਦੀ ਆ ਗਈ ਹੈ, ਸਰਦੀ ਕਰਕੇ ਕੱਪੜੇ ਵੀ ਉਹਨਾਂ ਨੂੰ ਥੋੜ੍ਹੇ ਜਿਹੇ ਗਰਮ ਚਾਹੀਦੇ, ਠੰਡੇ ਬਦਲਣੇ ਚਾਹੀਦੀ ਹੈ, ਕਈ ਚੀਜ਼ਾਂ ਹੈਗੀਆਂ। ਪਰ ਪਿੱਛੇ ਮਾਂ ਪਿਓ ਤਾਂ ਬੈਠਾ, ਪੈਸਾ ਤਾਂ ਕਰਦੇ ਆ, ਪਰ ਸਿਆਣੇ ਮੁੰਡੇ ਨਹੀਂ ਤੰਗ ਕਰਦੇ ਮਾਂ ਪਿਓ ਨੂੰ। ਉਹਨਾਂ ਨੂੰ ਪਤਾ ਪਹਿਲਾਂ ਤਾਂ ਇਹਨਾਂ ਨੇ ਸਾਡਾ ਆਫਰ ਲੈਟਰ ਮੰਗਵਾਈ, ਫਿਰ ਸਾਡੀਆਂ ਫੀਸਾਂ 7 ਸਾਲ 2-2 ਸਾਲ ਦੀਆਂ ਦੇਤੀਆਂ। ਹੁਣ ਅਸੀਂ ਜੇ ਆਪ ਕਮਾਵਾਂਗੇ ਤਾਂ ਆਪਣੇ ਜੋਗਾ ਵੀ ਨਹੀਂ ਕਮਾ ਸਕਦੇ, ਜਿੰਨਾ ਅਸੀਂ ਰੋਟੀ ਖਾਣੀ ਜਾਂ ਕਰਨੀ। ਸਿਆਣੇ ਮੁੰਡਿਆਂ ਦੀ ਗੱਲ ਆ। ਜਿਹੜੇ ਹੈਗੇ ਵਿਹਲੜ, ਜਿਹੜੇ ਬੱਚੇ ਉਹ ਇੱਕ ਦੂਜੇ ਗਰੁੱਪ 'ਚ ਪੈ ਜਾਂਦੇ ਆ ਜਾਂ ਜ਼ਿਆਦਾ ਤੇਲ ਫੂਕਦੇ, ਗੱਡੀਆਂ ਚਲਾਉਂਦੇ, ਉਹਨਾਂ ਲਈ ਔਖਾ। ਇੱਥੇ ਸੈਕਿੰਡ ਹੈਂਡ ਗੱਡੀ ਸਸਤੀ ਉੱਥੇ ਹੈ ਨਾ, ਉਸ ਕਰਕੇ ਉਹ ਕੋਈ ਏਡੀ ਨਹੀਂ। ਪਰ ਫਿਰ ਵੀ ਪੰਜਾਬ ਨਾਲੋਂ ਕਿਤੇ ਫਾਰ ਬੈਟਰ ਆ ਉਹ ਏਰੀਆ। ਆਬੋ-ਹਵਾ ਬਹੁਤ ਅੱਛੀ ਆ, ਰਹਿਣ ਸਹਿਣ ਆਲਾ ਦੁਆਲਾ ਬਹੁਤ ਅੱਛਾ। ਤੁਸੀਂ ਜਾਓਗੇ, ਤੁਹਾਡੀਆਂ ਵੀ ਤਿਆਰੀਆਂ ਮੈਨੂੰ ਲੱਗਦਾ ਉੱਧਰ ਦੀਆਂ ਕਿਤੇ ਤੁਸੀਂ ਆਪ ਅੱਖਾਂ ਨਾਲ ਵੇਖੋਗੇ। ਨਹੀਂ ਚਲੋ, ਗੱਲ ਹੈ। ਅੱਛਾ, ਵਾਕਈ ਮਤਲਬ ਇਹ ਕਹਿ ਲਓ ਕਿ ਡਿਵੈਲਪ ਕੰਟਰੀ ਦਾ ਫਰਕ ਤਾਂ ਹੁੰਦਾ ਹੈ। ਮਹਿੰਗਾਈ ਤਾਂ ਹਰ ਵੇਲੇ, ਇਨਫਲੇਸ਼ਨ ਜੇ ਅਸੀਂ ਇੰਡੀਆ ਨੂੰ ਕਹਿ ਲਈਏ ਜਾਂ ਅਮਰੀਕਾ ਨੂੰ ਕਹਿ ਲਈਏ, ਉਹ ਤਾਂ ਹਰ ਚੀਜ਼ 'ਚ ਹੈ। ਪਰ ਜਿਹੜਾ ਪੈਸਾ ਕਮਾਉਣਗੇ ਡਾਲਰ ਦਾ, ਉੱਥੇ ਉਹਨਾਂ ਨੂੰ ਉਹਨਾਂ ਤਾਂ ਆ ਹੀ ਜਾਣਾ। ਜਿੰਨਾ ਪੈਸਾ ਕਮਾਉਣਗੇ ਉਹਨਾਂ ਖਰਚਾ ਘੱਟ ਕਰ ਲੈਣਗੇ। ਬਸ ਗੱਲ ਉਹ ਹੈ। ਅੱਛਾ, ਅੱਗੇ ਵਧਦੇ ਆ ਤੇ ਅੱਗੇ ਪ੍ਰਧਾਨਗੀ ਦੀ ਗੱਲ ਆਪਾਂ ਰੋਜ਼ ਹੀ ਕਰਦੇ ਆ ਵੀ ਪਤਾ ਹੀ ਨਹੀਂ ਲੱਗਦਾ ਕੌਣ ਪ੍ਰਧਾਨ ਆ ਤੇ ਕੌਣ ਪ੍ਰਧਾਨ ਆ। ਕਹਿੰਦੇ ਨੇ ਵੀ ਜਦੋਂ ਰੌਲਾ ਪੈ ਜਾਵੇ ਨਾ ਕਿਸੇ ਦੀ ਪ੍ਰਧਾਨਗੀ ਦਾ, ਫਿਰ ਥੋੜਾ ਸਮਾਂ ਪਤਾ ਹੀ ਨਹੀਂ ਲੱਗਦਾ ਹੁੰਦਾ ਪ੍ਰਧਾਨ ਕੌਣ ਹੈ। ਤੁਹਾਨੂੰ ਯਾਦ ਹੋਵੇਗਾ ਸਾਡੇ ਜਦੋਂ ਪੰਜਾਬ ਦੇ ਵਿੱਚ ਚੰਨੀ ਸਾਹਿਬ ਨੂੰ CM ਬਣਾਇਆ ਤੇ ਕੁਝ ਕੁ ਚੈਨਲਾਂ ਦੀਆਂ ਗੱਡੀਆਂ ਉਹ 4-5 ਬੰਦਿਆਂ ਦੇ ਮਗਰ ਲੱਗੀਆਂ ਵੀ ਫਲਾਣੇ ਥਾਂ ਤੋਂ ਲੱਡੂ ਲੈ ਲਿਆ, ਹੁਣ ਇਹਨੂੰ ਮਿਲ ਲਿਆ, ਇਹਨੂੰ ਲੈ ਲਿਆ। ਮੈਂ ਸੁਖੀ ਰੰਧਾਵਾ ਉਹਨਾਂ ਦੀ ਗੱਲ ਕਰਦਾ, ਉਹਨਾਂ ਦੀ ਗੱਡੀ ਪਿਛਲਾਈ ਸੀ ਵੀ ਲੱਗਦਾ ਸੀ ਕਿ ਉਹ ਹੀ ਬਣ ਗਏ।
ਉਹ ਰੌਲਾ ਬੜਾ ਸੀਗਾ ਆ ਇਦਾਂ ਹੀ ਹੁਣ ਇਹ ਜਿਹੜਾ ਕੇਂਦਰ ਦੀ ਪ੍ਰਧਾਨਗੀ ਹੈ ਕਾਂਗਰਸੀ ਇਹਦਾ ਬੜਾ ਰੌਲਾ ਆ ਹੁਣ ਹਜੇ ਚਲੋ ਲੱਡੂ ਦਾ ਤਾਂ ਪਤਾ ਨਹੀਂ ਪਰ ਇਹ ਕਹਿੰਦੇ ਵੀ ਅਸ਼ੋਕ ਗਹਿਲੋਤ ਹੁਣਾਂ ਨੂੰ ਉਹਨਾਂ ਨੇ ਕਹਿਤਾ ਵੀ ਨਹੀਂ ਭਾਈ ਸਤਿ ਸ੍ਰੀ ਅਕਾਲ ਆ ਬਾਕੀ ਸ਼ਸ਼ੀ ਥਰੂਰ ਤੇ ਹੋਰ ਇੱਕ ਬੰਦਾ ਜਿਹੜਾ ਉਹਨਾਂ ਦੇ ਵਿੱਚ ਕਹਿੰਦੇ ਪੰਗਾ ਹਾਂ ਦਿਗਵਿਜੇ ਹੁਣਾਂ ਦਾ ਪੰਗਾ ਪੈ ਗਿਆ ਹਾਂ ਇਹ ਪ੍ਰਧਾਨਗੀ 'ਚ ਅੱਜ ਦਾ ਰੌਲਾ ਨਹੀਂ ਬੜੀ ਦੇਰ ਦਾ ਪਹਿਲਾਂ ਤਾਂ ਅਸ਼ੋਕ ਗਹਿਲੋਤ ਦਾ ਰੌਲਾ ਸੀਗਾ ਕਿ ਉਹਨਾਂ ਨੇ 2 ਪਦਵੀਆਂ ਹਾਸਲ ਕਰਨ ਦਾ ਲਾ ਲਿਆ ਟੀਕਾ ਕਿ ਮੈਂ ਹੁਣ ਇਸ ਵੇਲੇ ਮੁੱਖ ਮੰਤਰੀ ਰਹੂੰਗਾ ਤੇ ਇਹ ਵੀ ਕਰੂੰਗਾ ਜਦੋਂ ਕਿ ਰਾਹੁਲ ਗਾਂਧੀ ਨੇ ਕਹਿਤਾ ਇੱਕ ਵਿਅਕਤੀ 2 ਪਦਵੀਆਂ ਨਹੀਂ ਲੈ ਸਕਦਾ ਉਹਦਾ ਰੌਲਾ ਜਿਹੜਾ ਹਟ ਗਿਆ ਸਚਿਨ ਪਾਇਲਟ ਦਾ ਆਪਣੇ ਹੱਥਾਂ ਨੂੰ ਤੇਲ ਲਾ ਕੇ ਤੁਰੇ ਫਿਰਦੇ ਵੀ ਮੈਂ ਹੁਣ ਮੁੱਖ ਮੰਤਰੀ ਬਣੂੰਗਾ ਪਰ ਉੱਦਾਂ ਦਾ ਵੀ ਅਜੇ ਠੰਡਾ ਬਸਤੇ 'ਚ ਪੈ ਗਈ ਗੱਲ ਕਿਉਂਕਿ ਜਿਹੜੀ ਹਾਈ ਕਮਾਨ ਉਹਦੇ ਕੋਲ ਸਾਰਾ ਨੋ ਯੈਸ ਹੋਣੀ ਜੋ ਕੁਝ ਹੋਣਾ ਪਰ ਹੁਣ ਜਿਹੜਾ ਜਿਸ ਤਰ੍ਹਾਂ ਪੰਜਾਬ 'ਚ ਵੀ ਰਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ ਤਾਂ ਉਸ ਟਾਈਮ ਤੇ ਜਿਨ੍ਹਾਂ ਦੇ ਮੁੱਖ ਮੰਤਰੀ ਦੇ ਨਾਂ ਅਨਾਉਂਸ ਹੋਇਆ ਜਿਸ 'ਚ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਅਨਾਉਂਸ ਹੋ ਚੁੱਕਿਆ ਸੀਗਾ ਜਿਹਦੇ ਵਿੱਚ ਹੋਰ ਆਪਣੇ ਨਵਜੋਤ ਸਿੱਧੂ ਜੀ ਵੀ ਆਉਣਾ ਚਾਹ ਰਹੇ ਸੀ ਨਵਜੋਤ ਸਿੰਘ ਸਿੱਧੂ ਔਰ ਬੜੇ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਜਾਖੜ ਸਾਹਿਬ ਨੇ ਤੇ ਕਹਿਤਾ ਕਿ ਮੇਰੇ ਨਾਲ 42 MLA ਆ ਗਏ ਆ ਇਸੇ ਤਰ੍ਹਾਂ ਹੀ ਗਹਿਲੋਤ ਦੇ ਨਾਲ ਹੋਇਆ ਉਹਦੇ ਵਿੱਚ ਜਿਹੜੇ ਉਹਨਾਂ ਦੇ MLA ਸੀਗੇ MLA ਨੇ ਕਹਿਤਾ ਕਿ ਅਸੀਂ ਤੁਹਾਡੇ ਨਾਲ ਆ ਤੁਸੀਂ ਜੋ ਕੁਝ ਕਰਨਾ ਚਾਹੋਗੇ ਉਹਨਾਂ ਨੇ ਕਹਿਤਾ ਕਹਿੰਦੇ ਅਸਤੀਫੇ ਵੀ ਦੇ ਸਕਦੇ ਹਾਂ ਦੂਸਰੇ ਪਾਸੇ ਦੂਜਾ ਗਰੁੱਪ ਜਿਹੜਾ ਸਚਿਨ ਪਾਇਲਟ ਦਾ ਉਹਨਾਂ ਨੇ ਵੀ ਕਹਿਤਾ ਕਿ ਅਸੀਂ ਆਪਣਾ ਗਰੁੱਪ ਦਾ ਬੰਦਾ ਅੱਗੇ ਲਿਆਵਾਂਗੇ ਪਰ ਇਹ ਪਾ ਲਾ ਕੇ ਜਦੋਂ ਹਾਈਕਮਾਨ ਨੂੰ ਪਤਾ ਲੱਗਾ ਉਹਨਾਂ ਨੇ ਇੱਥੇ ਭੇਜਿਆ ਤੇ ਆਪਣੇ ਉੱਥੋਂ ਨੁਮਾਇੰਦੇ ਭੇਜੇ ਉਹਨਾਂ ਨੇ ਇਹਨਾਂ ਨੂੰ ਸਮਝਾਇਆ ਪਰ ਕਿਸੇ ਗੱਲ ਤੱਕ ਨਹੀਂ ਆਈ ਫਿਰ ਉਹਨਾਂ ਨੇ ਇਹਨਾਂ ਦੋਵਾਂ ਨੂੰ ਜਵਾਬ ਦੇ ਦਿੱਤਾ ਫਿਰ ਉੱਥੇ ਦਿੱਲੀ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲ ਹੋ ਗਈ ਜਿਸ 'ਚ ਸ਼ਸ਼ੀ ਥਰੂਰ ਜੀ ਅੱਗੇ ਆ ਗਏ ਦਿਗਵਿਜੇ ਜੀ ਆ ਗਏ ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸੀਗੇ ਔਰ ਉਹਦੇ ਨਾਲ ਹੋਰ ਵੀ ਮੁੱਖ ਮੰਤਰੀ ਆ ਰਹੇ ਪਰ ਇਸ ਵੇਲੇ ਦਿਗਵਿਜੇ ਦਾ ਰੌਲਾ ਜ਼ਿਆਦਾ ਇਸ ਕਰਕੇ ਅੱਜ ਜਿਹੜੇ ਆ ਲਾਸਟ ਦਿਨ ਹੈਗਾ ਪੇਪਰ ਨਾਮਜ਼ਦ ਕਰਨ ਦਾ ਮੁੜ ਕੇ ਪੇਪਰ ਨਾਮਜ਼ਦ ਨਹੀਂ ਹੋਣਗੇ ਜਿਹੜੇ 30 ਤਰੀਕ ਦਾ ਤੇ ਹੁਣ ਉਹਦੇ ਬਾਅਦ ਅੱਗੇ ਦੇਖਦੇ ਹਾਂ ਕਿ ਕੀ ਕੁਝ ਹੁੰਦਾ ਰੌਲਾ ਜੇ ਉੱਥੇ ਦਾ ਉੱਥੇ ਹੀ ਆ ਵੈਸੇ ਓਵਰਆਲ ਜਿਹੜੀ ਹੈਗੀ ਕਾਂਗਰਸ ਨੂੰ ਕਲੇਸ਼ ਨੇ ਮਾਰਿਆ ਹਰ ਜਗ੍ਹਾ ਜਿੱਥੇ ਸਟੇਟ 'ਚ ਰੌਲਾ ਮੁੱਖ ਮੰਤਰੀ ਦਾ ਫਿਰ ਪ੍ਰਧਾਨਗੀ ਦਾ ਰੌਲਾ ਉਸੇ ਤਰ੍ਹਾਂ ਦਾ ਹੈਗਾ ਫਿਰ ਹਾਈ ਕਮਾਨ ਆਪਣੇ ਕੋਲ ਉਹਨਾਂ ਕੋਲ ਕਮਾਂਡ ਨਹੀਂ ਉਹਨਾਂ ਕੋਲ ਜੋ ਜਿਸ ਤਰ੍ਹਾਂ ਦਾ ਉਹਨਾਂ ਨੇ ਸ਼ਿਪ ਚਲਾਉਣਾ ਨਾ ਉਹਦੀ ਮਾਰਗਦਰਸ਼ਨ ਜਾਂ ਉਹਦੀ ਦਿਸ਼ਾ ਪੂਰੀ ਨਹੀਂ ਜਹਾਜ਼ ਕਿਸੇ ਪਾਸੇ ਚੱਲ ਰਿਹਾ ਤੇ ਉਹ ਕਮਾਂਡ ਕਿਸ ਪਾਸੇ ਆ ਰਹੀ ਹੈ ਹੁਣ ਭਾਰਤ ਜੋੜੋ ਦਾ ਰੌਲਾ ਪਿਆ ਸੀਗਾ ਹੁਣ ਕੇਰਲਾ ਤੱਕ ਪਹੁੰਚ ਗਏ ਭਾਰਤ ਜੋੜੋ ਨੂੰ ਕਰਕੇ ਪਰ ਕੇਰਲਾ ਵਾਲਿਆਂ ਤਾਂ ਰਿਸਪੌਂਸ ਅੱਛਾ ਦਿੱਤਾ ਬਾਕੀ ਸੂਬਿਆਂ 'ਚ ਉੱਦਾਂ ਹੀ ਖਾਲੀ ਹੱਥੀਂ ਮੁੜੇ ਆ ਔਰ ਦੇਖੋ ਜਦੋਂ ਕਾਂਗਰਸ ਦੇ ਵਿੱਚ ਆਪਣੀ ਅੰਦਰੂਨੀ ਫੁੱਟ ਆ ਉਹਨੇ ਫੁੱਟ ਨੇ ਇਹਨਾਂ ਨੂੰ ਢਹਿ ਕਰ ਦਿੱਤਾ ਉਹੀ ਹਾਲਤ ਅੱਜ ਅੱਛਾ ਇੱਕ ਲੱਗਦਾ ਮੈਨੂੰ ਵੀ ਇਹ ਲੱਗਦਾ ਹੁੰਦਾ ਜਿਹੜੀ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਜੋੜ ਨਹੀਂ ਸਕੇ ਹਨਾ ਅਸੀਂ ਟਾਈਮ ਉਹ ਵੀ ਦੇਖਿਆ ਸੀਗਾ ਜਿਹੜਾ ਨਹਿਰੂ ਜੀ ਵਾਲਾ ਸੀਗਾ ਅਸੀਂ ਉਹ ਟਾਈਮ ਵੀ ਦੇਖਿਆ ਜਿਹੜਾ ਇੰਦਰਾ ਵਾਲਾ ਸੀਗਾ ਅਸੀਂ ਉਹ ਵੀ ਟਾਈਮ ਦੇਖਿਆ ਜਿਹੜਾ ਰਾਜੀਵ ਵਾਲਾ ਸੀਗਾ ਮਤਲਬ ਅਸੀਂ ਟਾਈਮ ਬੜੇ ਦੇਖੇ ਆ ਏਕਾ ਬਹੁਤ ਸੀਗਾ ਔਰ ਇੱਕ ਨੈਸ਼ਨਲ ਪਾਰਟੀ ਨੂੰ ਸੰਜੋ ਕੇ ਰੱਖਣਾ ਬਹੁਤ ਜ਼ਰੂਰੀ ਆ ਜਦ ਕਿ ਅਸੀਂ ਜਦੋਂ ਜਨਸੰਘ ਦੀ ਗੱਲ ਕਰਦੇ ਆ ਸਾਨੂੰ ਪਤਾ ਹੁੰਦਾ ਸੀ ਵੀ ਕਦੇ ਕਿਸੇ ਦਾ ਮੂੰਹ ਉਧਰ ਨੂੰ ਆ ਤੇ ਕਦੇ ਕਿਸੇ ਦਾ ਮੂੰਹ ਉਧਰ ਨੂੰ ਆ ਉਹਦੇ ਪਿੱਛੇ ਜਿਹੜੀ ਇਕਾਈ ਸੀਗੀ RSS ਉਹਨੇ ਬਹੁਤ ਤਕੜੇ ਤਰੀਕੇ ਦੇ ਨਾਲ ਸੰਭਾਲਿਆ ਇਹਨੂੰ ਡਿਸਪਲਿਨ ਬਹੁਤ ਕਰ ਲਿਆ ਦੇਖੋ ਪਿੱਛੇ ਜੇ ਆਪਾਂ ਦੇਖਿਆ ਸਾਰੇ ਵੱਡੇ ਲੀਡਰ ਚਾਹੇ ਉਹ LK ਅਡਵਾਨੀ ਸਾਹਿਬ ਹੋਣ ਚਾਹੇ ਹੋਰ ਵੀ ਕੋਈ ਇੱਕਾ ਦੁੱਕਾ ਵੱਡੇ ਲੀਡਰ ਸਾਰੇ ਇਹਨਾਂ ਨੇ ਪਖੂੰਜੇ ਲਾਤੇ ਸਾਰੀ ਨਵੀਂ ਕਰੀਮ ਲਿਆਤੀ ਜਦ ਕਿ ਇਸ ਪਾਰਟੀ ਦੇ ਵਿੱਚ ਜਦੋਂ ਕਹਿ ਲਈਏ ਕਿ ਲੋਕਤਾਂਤਰਿਕ ਕਦਰਾਂ ਕੀਮਤਾਂ ਤਾਂ ਸੀ ਹਰ ਕਿਸੇ ਦੀ ਇੱਕ ਜ਼ੁਬਾਨ ਹਰ ਕਿਸੇ ਦਾ ਕਿਉਂਕਿ ਜਿਹੜਾ ਮੁੱਲ ਸੀਗਾ ਕਿਉਂਕਿ ਪਾਰਟੀਆਂ ਬਹੁਤ ਕਹਿ ਲਓ ਕਿ ਜੰਮਣ ਤੋਂ ਜੁੜੀਆਂ ਹੋਈਆਂ ਸੀ ਚਾਹੇ ਆਪਾਂ ਅਸ਼ੋਕ ਗਹਿਲੋਤ ਹੁਣਾਂ ਦੀ ਗੱਲ ਕਰ ਲਈਏ ਗੁਲਾਮ ਨਬੀ ਆਜ਼ਾਦ ਦੀ ਗੱਲ ਕਰੀਏ ਟੱਬਰਾਂ ਦੇ ਟੱਬਰ ਜੁੜੇ ਹੋਏ ਸੀਗੇ ਔਰ ਏਕਾ ਬੜਾ ਲੱਗਦਾ ਸੀ ਇਹ ਖਿੰਡਣਾ ਕਦੋਂ ਸ਼ੁਰੂ ਹੋਇਆ ਇਹ ਲੱਗਦਾ ਕਿ ਮਾਡਰਨ ਜ਼ਮਾਨੇ ਦਾ ਕਰਕੇ ਸੱਟ ਵੱਜ ਗਈ ਇਹਨਾਂ ਦੇ ਉੱਤੇ ਪ੍ਰੋਬਲਮ ਇਹ ਹੈਗੀ ਕਿ ਜਿਹੜੀਆਂ ਪਾਰਟੀਆਂ ਦੀ ਏਕਤਾ ਨਾ ਇਸ ਕਰਕੇ ਟੁੱਟੀ ਹੈ ਕਿ ਇਹਨਾਂ ਦੇ ਅਸਲੀ ਜਿਹੜੇ ਅਟਰਨਲ ਪ੍ਰੋਬਲਮ ਜਿਹੜੀਆਂ ਇੰਡੀਵਿਜੂਅਲ ਉਹ ਅੱਗੇ ਆ ਗਈਆਂ ਜਿਸ ਤਰ੍ਹਾਂ ਹੁਣ ਅਖਿਲੇਸ਼ ਯਾਦਵ ਆ ਤੀਜੀ ਵਾਰੀ ਪ੍ਰਧਾਨ ਬਣ ਗਏ ਆਪਣੇ ਉੱਥੋਂ ਦੇ ਮੁਲਾਇਮ ਸਿੰਘ ਯਾਦਵ ਦੇ ਬੇਟਾ ਹੈ ਨਾ ਉਹਨਾਂ ਦਾ ਜਿਹੜੀ ਪਾਰਟੀ ਉਹਦੇ ਪ੍ਰਧਾਨ ਤੀਜੀ ਵਾਰੀ ਪ੍ਰਧਾਨ ਬਣਾਤਾ ਉਹਨਾਂ ਨੂੰ ਕਿਉਂਕਿ ਏਕਤਾ ਹੈਗੀ ਆ ਜਦੋਂ ਮਾਇਆਵਤੀ ਦੀ ਸਰਕਾਰ ਸੀ ਉਦੋਂ ਤਾਂ ਇਹਨਾਂ ਨੇ 6-6 ਮਹੀਨੇ ਦੇ ਟਾਈਮ ਨਾਲ ਆਪਣਾ ਕਮਾਂਡ ਸੰਭਾਲੀ ਆ ਉਹਨਾਂ ਨੇ ਚਲਾਇਆ ਫਿਰ ਉਹਨਾਂ ਦੇ ਆਪ ਇਕੱਲੇ ਵੀ ਉੱਥੇ ਮੁੱਖ ਮੰਤਰੀ ਰਹੇ ਆ ਉਹਨਾਂ ਦਾ ਏਕਾ ਔਰ ਉਹੀ ਏਕਾ ਬਿਹਾਰ ਦੀ ਸਰਕਾਰ ਕੋਲ ਹੈਗਾ ਨਿਤਿਸ਼ ਕੁਮਾਰ ਜੀ 3 ਵਾਰ ਬਣੇ ਹੋਈ ਔਰ ਉਹਦੇ ਵਿੱਚ ਉਹਨਾਂ ਨੇ ਲਾਲੂ ਯਾਦਵ ਦੀ ਪਾਰਟੀ ਦਾ ਉਹਨਾਂ ਨੂੰ ਲੱਗਿਆ ਕਿ ਇਹਨਾਂ ਦਾ ਪ੍ਰਭਾਵ ਜ਼ਿਆਦਾ ਹੈਗਾ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੁਣ ਉਹ ਫਿਰ ਮੁੱਖ ਮੰਤਰੀ ਬਣ ਚੁੱਕੇ ਆ ਉਦੋਂ ਬਾਅਦ ਉਹਨਾਂ ਨੇ ਗੱਠਜੋੜ ਬਣਾ ਲਿਆ ਗੱਠਜੋੜ ਕੇ ਜਿਹਦੇ ਨਾਲ ਸਾਰੀਆਂ ਪਾਰਟੀਆਂ ਆਪੋਜੀਸ਼ਨ ਇਕੱਠੀਆਂ ਹੋ ਜਾਣ ਤਾਂ ਕਿ ਅਸੀਂ ਆਉਣ ਵਾਲੀਆਂ ਚੋਣਾਂ 'ਚ ਜਿਹੜਾ ਇਹਨਾਂ ਨੂੰ ਮਾਤ ਪਾਈਏ ਇਹਨਾਂ ਨੂੰ ਹਰਾਈਏ ਕਿਉਂਕਿ ਆਪੋਜੀਸ਼ਨ ਦਾ ਕੰਮ ਹੁੰਦਾ ਕਿ ਆਪਣਾ ਜੋੜ ਤੋੜ ਕਰਨਾ ਔਰ ਦੂਜੀ ਗੱਲ ਹੁਣ ਇਸ ਵੇਲੇ ਜਿਹੜੀ ਤੁਸੀਂ ਗੱਲ ਕੀਤੀ ਹੈ ਇਹਦੇ ਵਿੱਚ NDA ਦਾ ਜਿਹੜਾ ਅੱਛਾ ਰੋਲ ਆ ਦੂਜੀਆਂ ਪਾਰਟੀਆਂ 'ਚ ਜਦੋਂ ਖਿੰਡਣ ਨਾਲ ਇਹ ਜਿਹੜੀ ਸਾਰੀ ਤਾਕਤ ਉਹਨਾਂ ਦੇ ਹੱਥ 'ਚ ਆ ਗਈ ਉਹਨਾਂ ਦੇ ਆਰਬਿਟਰੀ ਆਪਣੇ ਤਰੀਕੇ ਨਾਲ ਕੰਮ ਚਲਾਉਣ ਦਾ ਜਿਹੜਾ ਉਹਨਾਂ ਨੂੰ ਹੋਰ ਮੌਕਾ ਮਿਲ ਗਿਆ
ਕਿਉਂਕਿ ਇਹਨਾਂ ਪਾਰਟੀਆਂ ਦੇ ਹੱਥ ਵੱਸ ਕੁਝ ਨਹੀਂ ਰਿਹਾ। ਇਹਨਾਂ ਦੇ ਆਪਸੀ ਲੜਾਈ ਹੋ ਗਈ ਪ੍ਰਧਾਨਗੀ ਤੋਂ, ਕਦੀ ਇਹਨਾਂ ਦੇ ਆਪਣੇ ਜਿਹੜੇ ਆ ਏਕਤਾ ਤੋਂ, ਕਦੀ ਇਹਨਾਂ ਦੀਆਂ ਕੁਰਸੀਆਂ ਤੋਂ, ਕਈ ਜਗ੍ਹਾ ਤੇ ਇਹਨਾਂ ਦੇ ਆਪਸੀ ਗੁੱਥਮ ਗੁੱਥਾ ਹੋਏ ਆ। ਹੁਣ ਆ ਪੰਜਾਬ 'ਚ ਵੀ ਕਾਂਗਰਸ ਤਾਂ ਇਹੀ ਕਰ ਰਿਹਾ, ਅਜੇ ਤੱਕ ਵੀ ਅਜੇ ਤੱਕ ਉਹਨਾਂ ਦਾ ਲੜਾਈ ਝਗੜਾ ਮੁੱਕਿਆ ਹੀ ਨਹੀਂਗਾ। ਔਰ ਬਾਕੀ ਪਾਰਟੀਆਂ ਜਿਹੜੀਆਂ ਸੂਬਾ ਦੇ ਵਿੱਚ ਜਿੰਨੀਆਂ ਵੀ ਹੈਗੀਆਂ, ਦਿੱਲੀ ਤੱਕ ਇਹਨਾਂ ਦਾ ਰੌਲਾ ਰਿਹਾ। ਔਰ ਜਿੰਨੀ ਦੇਰ ਏਕਤਾ ਨਹੀਂਗਾ ਉਨੀ ਦੇਰ ਤੇ ਕਦੀ ਮਾਤ ਨਹੀਂ ਪਾ ਸਕਦੇ। ਐਨਡੀਏ ਬੀਜੇਪੀ ਦਾ ਇਸੇ ਤਰ੍ਹਾਂ ਦਾ ਟੌਰ ਬਣਿਆ ਰਹਿਣਾ ਵਾ, ਕਿਉਂਕਿ ਉਹਨਾਂ ਕੋਲ ਇਸ ਵੇਲੇ ਤਾਕਤ ਹੈ, ਤਖਤ ਉਹਨਾਂ ਕੋਲ ਹੈਗਾ। ਹੁਣ ਇਹ ਖਾਲਮ ਖਾਲੀ ਹੱਥੀਂ ਲੜਨਗੇ। ਸੈਨਿਕ ਉਦੋਂ ਲੜਦਾ ਜਦੋਂ ਕੋਈ ਬੰਦੂਕ ਆ, ਜਦੋਂ ਬਾਰੂਦ ਆ, ਜਦੋਂ ਕੋਈ ਐਮੂਨੀਸ਼ਨ ਆ। ਤੇ ਹੁਣ ਲੜਨਾ ਇਹਨਾਂ ਕਾਹਦੇ ਨਾਲ ਹੈਗਾ? ਹੱਥਾਂ ਨਾਲ ਤਾਂ ਲੜਾਈ ਹੁੰਦੀ ਨਹੀਂ, ਤਾਕਤ ਨਾਲ ਲੜਾਈ ਹੁੰਦੀ ਹੈ। ਤਾਕਤ ਇਸ ਵੇਲੇ ਮੋਦੀ ਸਰਕਾਰ ਕੋਲ ਹੈਗੀ ਔਰ ਰਹੇਗੀ ਵੀ। ਔਰ ਉਦੋਂ ਬਾਅਦ ਇਹ ਹੋਰ ਖਿੰਡ ਜਾਣਗੇ, ਕਿਉਂਕਿ ਆਰਐਸਐਸ ਦਾ ਜਿਹੜੀ ਸੋਚ ਹੈ, ਜਿਹੜੀ ਤਰੀਕੇ ਨਾਲ ਚੱਲ ਰਹੀ ਹੈ, ਉਹਨਾਂ ਨੂੰ ਪਤਾ ਪੈਂਤੜਾ ਕੀ ਬਦਲਣਾ, ਕੀ ਕੁਝ ਕਰਨਾ। ਇਹ ਤਾਂ ਸਿਆਸਤ ਦੀ ਇੱਕ ਬਹੁਤ ਵੱਡੀ ਗਰਮਾ ਗਰਮੀ ਦੀ ਗੱਲ ਹੈਗੀ। ਔਰ ਉਹਨਾਂ ਨੇ ਜੋ ਕੁਝ ਕੀਤਾ ਹੁਣ ਤੱਕ, ਕਿੱਥੇ ਈਡੀ ਦੇ ਕਿੰਨੇ ਕਿੰਨੇ ਰੇਡ ਕਰਵਾਤੇ, ਕਿੱਥੇ ਕਿੱਥੇ ਉਹਨਾਂ ਨੇ ਸੀਬੀਆਈ ਦੇ ਰੇਡ ਕਰਵਾਤੇ, ਕੀ ਕੁਝ ਕੀਤਾ। ਔਰ ਇਹਨਾਂ ਨੂੰ ਟੈਨਸ਼ਨ ਉਸ ਗੱਲ ਦੀ ਵੀ ਰਹੀ ਹੈ, ਹਰ ਪਾਰਟੀ ਨੂੰ ਇਹਦਾ ਰਿਹਾ ਖਦਸ਼ਾ ਰਿਹਾ ਕਿ ਸਾਡੇ ਪਿੱਛੇ ਨਾ ਕੋਈ ਚੱਲ ਜਾਏ, ਕਿਉਂਕਿ ਇਹਨਾਂ ਕੰਮ ਕਿਸੇ ਨੇ ਚੱਜ ਦਾ ਤਾਂ ਕੀਤਾ ਹੀ ਕੋਈ ਨਹੀਂ। ਹਰ ਇੱਕ ਦੇ ਪਿੱਛੇ ਕੁਛ ਨਾ ਕੁਛ ਇਹ ਰੋਲ ਹੈਗਾ ਗਲਤ ਕੰਮ ਦਾ। ਔਰ ਚੰਨੀ ਸਾਹਿਬ ਉੱਥੋਂ ਨਹੀਂ ਬੋਲ ਰਹੇ ਕਿੰਨੀਆਂ ਫਾਈਲਾਂ ਮੈਂ ਕੱਢੀਆਂ, ਕਿੰਨੀਆਂ ਫਾਈਲਾਂ 'ਤੇ ਮੈਂ ਸਾਈਨ ਕਰ ਦਿੱਤੇ, ਉਹ ਅਜੇ ਤੱਕ ਪੂਰੀਆਂ ਨਹੀਂ ਹੋਈਆਂ। ਉਹ ਕਹਿੰਦੇ ਜੀ ਮੈਂ ਉੱਥੇ ਇਸ ਵੇਲੇ ਅਮਰੀਕਾ ਬੈਠਾ ਵਾਂ, ਮੈਂ PhD ਕਰ ਰਿਹਾ ਵੀ ਕਾਂਗਰਸ ਡਿੱਗ ਕਿਉਂ ਰਹੀ ਆ। ਉਹਨਾਂ ਨੇ ਇਹ ਜਿਹੀਆਂ ਗੱਲਾਂ ਵੀ ਇਹਨਾਂ ਦੇ ਵਿੱਚ ਹੈਗੀਆਂ। ਚਲੋ ਮੈਨੂੰ ਲੱਗਦਾ ਸੈਂਪਲ ਇਕੱਠੇ ਕਰਨ ਤਾਂ ਆਉਣਗੇ, ਕਿਉਂਕਿ ਜੇ ਰਿਸਰਚ ਪੰਜਾਬ ਬੇਸ ਆ ਜਾਂ ਇੰਡੀਆ ਬੇਸ ਆ, ਰਿਸਰਚ PhD ਕਰ ਲਈ ਤੁਹਾਨੂੰ ਸੈਂਪਲ ਲੈਣੇ ਪੈਣੇ, ਸੈਂਪਲ ਲੈਣ ਲਈ ਤੁਹਾਨੂੰ ਇੱਧਰ ਆਉਣਾ ਹੀ ਪੈਣਾ। ਹਾਂ ਬਿਲਕੁਲ। ਚਲੋ ਫਿਲਹਾਲ ਅੱਗੇ ਵਧਦੇ ਹਾਂ। ਕੱਲ ਇੱਕ ਬੜੀ ਵੱਡੀ ਖਬਰ ਸੀਗੀ, ਤੁਸੀਂ ਦੇਖਿਆ ਹੋਣਾ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਫੈਲ ਗਈ ਸੀ ਕਿ ਅਬੋਰਸ਼ਨ ਜਿਹੜਾ ਉਹਦੇ ਤੇ ਪਾਬੰਦੀਆਂ ਲਾ ਦਿੱਤੀਆਂ ਸੀਗੀਆਂ ਹਨਾ। ਤੇ ਉਸੇ ਤਰਜ਼ ਦੇ ਉੱਤੇ ਸਾਡੇ ਵੀ ਇੱਥੇ ਐਕਟ ਸੀਗਾ ਜਿਹਨੂੰ ਅਸੀਂ ਕਹਿੰਦੇ ਆ ਕਿ ਬਹੁਤ ਵੱਡਾ ਐਕਟ ਆ ਉਹ। ਉਸੇ ਇੱਕ ਤਰਜ਼ ਦੇ ਉੱਤੇ ਕੱਲ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਅਣਵਿਆਹੀ ਔਰਤ ਜੇ ਮਤਲਬ ਵੀ ਉਹ ਵੀ ਅਬੋਰਸ਼ਨ ਕਰਾ ਸਕਦੀ ਆ, ਔਰ ਜੇਕਰ ਹੈਲਥ ਕੰਪਲਿਕੇਸ਼ਨਸ ਨੇ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਹਾਂ ਵੈਸੇ ਜਿੰਨੇ ਵੀ ਫੈਸਲੇ ਸੁਪਰੀਮ ਕੋਰਟ ਦੇ ਆ ਰਹੇ, ਜਿਹੜੇ ਜਿਨ੍ਹਾਂ 'ਤੇ ਪਾਬੰਦੀ ਲੱਗੀ ਪਹਿਲੋਂ ਸਦੀਆਂ ਪੁਰਾਣੀ, ਉਹ ਇਹਨਾਂ ਨੇ ਹੁਣ ਖੁੱਲ੍ਹ ਮੁਖੱਲਾ ਕਰ ਦਿੱਤਾ। ਜਿਹਦੇ 'ਚ ਅਮਰੀਕਾ 'ਚ ਤਾਂ ਤੁਸੀਂ ਦੱਸਿਆ ਵੀ ਹੋ ਗਿਆ, ਕੁਛ ਜਿਹੜੇ ਪ੍ਰੋਵਿੰਸਿਸ ਹੈਗੇ ਜਿੱਥੇ ਸੂਬੇ ਉਹਨਾਂ 'ਚ ਉਹਨਾਂ ਨੇ ਕਰ ਦਿੱਤਾ ਕਿ ਪ੍ਰੋਹਿਬਿਟਡ ਹੈ। ਔਰ ਜਦੋਂ ਇਹਦੇ ਵਿੱਚ ਆਪਣੇ ਇੰਡੀਆ 'ਚ ਵੀ ਸੀਗਾ ਕਿ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਅਬੋਰਸ਼ਨ ਕਰਵਾ ਰਹੀਆਂ, ਜਿਹੜਾ ਗਰਭਪਾਤ ਹੋ ਰਿਹਾ ਹੈ, ਇਹ ਗਲਤ ਹੋ ਰਿਹਾ। ਉਦੋਂ ਇੱਕ ਜ਼ਮਾਨਾ ਸੀ ਜਦੋਂ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਗਰਭ ਰੋਗ ਕਰਕੇ ਉਹਨਾਂ ਨਾਲ, ਉਹ ਜ਼ਮਾਨੇ 'ਤੇ। ਫਿਰ ਉਹ ਤੋਂ ਬਾਅਦ ਮਾਡਰਨਾਈਜ਼ ਹੋ ਗਿਆ, ਕੁੜੀਆਂ ਦਾ ਜਿਹੜਾ ਬੋਲਬਾਲਾ ਹੋ ਗਿਆ, ਕੁੜੀਆਂ ਪੜ੍ਹ ਲਿਖ ਗਈਆਂ, ਬੜਾ ਕੁਝ ਹੋ ਗਿਆ। ਫਿਰ ਕੁੜੀ ਨੂੰ ਉਸ ਨਜ਼ਰ ਨਾਲ ਨਹੀਂ ਵੇਖਿਆ ਗਿਆ ਔਰ ਉਹ ਤੋਂ ਬਾਅਦ ਇਕੁਐਲਿਟੀ ਆ ਗਈ ਜੀ। ਫਿਰ ਇਹਨਾਂ ਨੇ ਇਕੁਐਲਿਟੀ ਆਉਣ ਨਾਲ ਚੰਦਰਚੂੜ ਜਿਹੜਾ ਜਿਊਰੀ ਸੀ ਉਹਨਾਂ ਨੇ ਬੈਠੇ, ਹੁਣ ਉਹਨਾਂ ਨੇ ਫੈਸਲਾ ਦਿੱਤਾ। ਪਰ ਫੈਸਲਾ ਇਸ ਕਰਕੇ ਦਿੱਤਾ ਕਿ ਇੱਕ ਔਰਤ ਆ ਜਿਹਨੇ ਜਾਇਜ਼ਾ ਦਾਇਰ ਕੀਤੀ ਸੀ, ਉਹਨੇ ਇਸ ਕਰਕੇ ਦਿੱਲੀ ਹਾਈ ਕੋਰਟ 'ਚ ਕੀਤੀ ਸੀ ਕਿ ਮੇਰਾ ਹਸਬੈਂਡ ਆ, ਮੇਰੇ ਨਾਲ ਪਹਿਲਾਂ ਰਿਹਾ ਵਾ, ਉਹ ਤੋਂ ਬਾਅਦ ਰਹਿਣ ਤੋਂ ਬਾਅਦ ਮੈਂ ਗਰਭ ਗਿਰਾਉਣਾ ਇਸ ਕਰਕੇ ਚਾਹੁੰਦੀ ਕਿਉਂਕਿ ਉਹ ਮੇਰੇ ਨਾਲ ਵਿਆਹ ਨਹੀਂ ਕਰਾ ਰਿਹਾ, ਕਿਉਂਕਿ ਉਹ ਬੱਚਾ ਉਹਦਾ ਵਾ, ਮੈਂ ਹੁਣ ਇਹਨੂੰ ਸੰਭਾਲ ਨਹੀਂ ਸਕਦੀ। ਤੇ ਮੈਨੂੰ ਦੱਸੋ ਇਹਦਾ ਕੀ ਕਰਾਂ ਮੈਂ ਹੁਣ। ਅਣਵਿਆਹੀ ਤਾਂ ਨੂੰ ਹੁੰਦਾ ਹੀ ਆ, ਉਹ ਤਾਂ ਕਿਸੇ ਦਾ ਨਹੀਂ, ਤਾਂ ਮੈਰਿਡ ਆ ਅਜੇ ਹੋਈ ਨਹੀਂ ਗੀ। ਅਤੇ ਪਹਿਲਾਂ ਉਹਨਾਂ ਦਾ ਸੀ, ਉਹਨਾਂ ਨੇ ਫਿਰ ਇਹ ਕਰਕੇ ਉਹਨਾਂ ਨੇ ਕਹਿਤਾ ਕਿ ਲੋਕਤੰਤਰ ਹੈ, ਹੁਣ ਇਸ ਵੇਲੇ ਇਕੁਐਲਿਟੀ ਆ ਗਈ ਆ ਲੋਕਾਂ 'ਚ। ਜਿਹੜੀਆਂ ਔਰਤਾਂ ਅਣਵਿਆਹੀਆਂ ਉਹਨਾਂ ਨੂੰ ਜੀਣ ਦਾ ਹੱਕ ਆ, ਉਹਨਾਂ ਨੇ ਕਿੱਥੇ ਇਹਨਾਂ ਨੂੰ ਕਿੱਥੇ ਪਾਲਣਗੀਆਂ, ਕੀ ਕਰਨਗੀਆਂ। ਔਰ ਹੁਣ ਨਾ ਤਾਂ ਕੁੜੀ ਵਾਲਾ ਰਿਹਾ ਅਤੇ ਨਾ ਮੁੰਡੇ ਦਾ। ਉਹਨਾਂ ਹੁਣ ਮਤਲਬ ਓਵਰਆਲ ਕਹਿਤਾ ਵੀ ਅਣਵਿਆਹੀ ਔਰਤ ਆ, ਉਹ ਗਰਭਪਾਤ ਜਦੋਂ ਮਰਜ਼ੀ ਕਰਵਾ ਸਕਦੀ ਹੈ। ਇਸ ਕਰਕੇ ਔਰ ਪਹਿਲਾਂ ਜਿਹੜਾ ਇਹਨਾਂ ਨੇ ਕਿਹਾ ਸੀਗਾ, ਜਿਹੜਾ ਕੋਠੇ ਦਾ ਇੱਕ ਕੰਮ ਚੱਲਦਾ ਸੀਗਾ, ਜਿਹੜਾ ਜਿਸ 'ਚ ਰੈੱਡ ਲਾਈਟ ਏਰੀਆ ਨੇ ਕੁਝ ਏਰੀਆ ਦੇ, ਜਿਹੜੇ ਬੰਬੇ ਆ, ਪੂਨਾ ਹੈਗੇ ਆ, ਜਿਹੜੇ ਮਹਾਨਗਰ ਨੇ, ਮਹਾਨਗਰ, ਉਹਨਾਂ 'ਚ ਵੀ ਉਹਨਾਂ ਨੇ ਉਹ ਵੀ ਓਪਨ ਕਰਤਾ ਕਿ ਲੋਕਤੰਤਰ ਆ, ਇਹਨਾਂ ਨੂੰ ਜੀਣ ਦਾ ਹੱਕ ਹੈ। ਇਹਨਾਂ ਨੇ ਜੇ ਆਪਣਾ ਇਹ ਇੱਕ ਧੰਦਾ ਕਰ ਰਹੀਆਂ ਨੇ, ਕੁਝ ਕਰ ਰਹੀਆਂ, ਅਤੇ ਇਹ ਵੀ ਓਪਨ ਹੈਗਾ। ਉਹਨਾਂ ਨੇ ਪਿਛਲੀ ਵਾਰੀ ਸੁਪਰੀਮ ਕੋਰਟ ਨੇ ਕਰ ਦਿੱਤਾ ਸੀਗਾ। ਹੁਣ ਵੀ ਦੇਖ ਲਓ, ਜਿਸ ਇੰਟਰਨੈਸ਼ਨਲ ਲਾਅ ਦੇ ਤਰੀਕੇ ਨਾਲ ਜੇ ਦੁਨੀਆ 'ਚ ਹੀ ਹੁੰਦਾ ਤਾਂ ਇੰਡੀਆ ਵੀ ਇਸੇ ਤਰ੍ਹਾਂ ਚੱਲ ਰਿਹਾ। ਪਹਿਲਾਂ ਅਸੀਂ ਇਹਨਾਂ ਨੂੰ ਕਹਿੰਦੇ ਵੀ ਆਰਥੋਡਾਕਸ ਹੈ, ਪਿੱਛੇ ਲੱਗ ਗਿਆ, ਆ ਗੱਲਾਂ ਕਰ ਰਹੇ, ਪਰ ਜ਼ਮਾਨਾ ਤਾਂ ਜਾਂਦਾ ਬਦਲ। ਆਹੋ ਜਿੱਥੇ ਅਮਰੀਕਾ ਦੇ ਵਿੱਚ ਅਸੀਂ ਕਹਿੰਦੇ ਪਾਬੰਦੀ ਆ, ਇੱਥੇ ਖੁੱਲ੍ਹ ਕੇ ਦਿੱਤੀ ਉਹਨਾਂ ਨੇ। ਉੱਥੇ ਉਹਨਾਂ ਨੇ ਕੋਈ ਪ੍ਰੋਹਿਬਿਟਡ ਨਹੀਂਗਾ ਔਰ ਇਸੇ ਤਰ੍ਹਾਂ ਹੀ ਆਪਣੇ ਸਾਰੇ ਸੂਬਿਆਂ 'ਚੋਂ ਰਹਿ ਗਿਆ। ਪਰ ਪੁਰਾਣੇ ਪੰਜਾਬ 'ਚ ਇਹ ਹੁੰਦਾ ਸੀ ਵੀ ਕੁੜੀ ਨੂੰ ਛੇਤੀ ਮਾਰ ਦਿੰਦੇ ਸੀ ਉਹ ਜ਼ਮਾਨੇ 'ਚ। ਇਹ ਹੁੰਦਾ ਸੀ ਵੀ ਅਬਾਰਟ ਕਰਵਾ ਦਿੰਦੇ ਸੀ। ਔਰ ਹੁਣ ਹਾਂ ਲੇਟੈਸਟ ਇੱਥੋਂ ਕਿਤੇ ਅਬਾਰਸ਼ਨ ਜਿਹੜੀਆਂ ਅਲਟਰਾਸਾਊਂਡ ਦੀਆਂ ਮਸ਼ੀਨਾਂ ਫੜੀਆਂ ਉਹਨਾਂ ਨੇ, ਜਿਹਦੇ 'ਚ ਅੰਦਰ ਚੱਲਦਾ ਸੀਗਾ ਔਰ ਪੈਸਾ ਵੀ ਲੈਂਦੇ ਸੀ, ਉਹ ਜਾਂਚ ਹੋ ਜਾਂਦੀ ਸੀ। ਔਰ ਹੁਣ ਉਹ ਤੋਂ ਕਿਸੇ ਸਿਵਲ ਹਸਪਤਾਲ ਦੇ ਏਰੀਏ 'ਚ ਕੁਝ ਫੜਿਆ ਗਿਆ ਮਾਲ। ਔਰ ਦੇਖੋ ਇਹ ਪਹਿਲਾਂ ਵੀ ਚੋਰੀ ਹੁੰਦਾ ਸੀ ਔਰ ਇਹਦੇ 'ਤੇ ਪਾਬੰਦੀ ਬੜੀ ਜ਼ਬਰਦਸਤ ਸੀਗੀ। ਉੱਤੇ ਜਿਹੜਾ ਭਰੂਣ ਹੱਤਿਆ ਕਰਦਾ ਸੀ ਉਹਦੇ 'ਤੇ ਕੇਸ ਬੜਾ ਜ਼ਬਰਦਸਤ ਲੱਗਦਾ ਸੀ। ਜਦੋਂ ਹੁਣ ਸੁਪਰੀਮ ਕੋਰਟ ਦੇ ਆਰਡਰ ਹੀ ਆ ਗਿਆ ਤਾਂ ਹੁਣ ਓਪਨ ਹੋ ਗਿਆ ਸਾਰਾ ਕੁਝ। ਔਰ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਨਾਂ ਦਾ ਜੀਣ ਦਾ ਹੱਕ ਆ ਔਰ ਜਿਹੜਾ ਬੱਚੇ ਨੂੰ ਪਾਲਣਗੀਆਂ ਜਾਣਗੀਆਂ ਉਹਨੂੰ ਰੋਟੀ ਖਾਣ ਦਊਗਾ, ਉਹਨੂੰ ਪਾਲੂਗਾ। ਸੁਪਰੀਮ ਕੋਰਟ ਨੇ ਮੇਰੇ ਖਿਆਲ ਨਾਲ ਕੁਝ ਸਮੇਂ ਤੱਕ ਕਿਹਾ ਵੀ 6 ਹਫ਼ਤਿਆਂ ਤੱਕ ਤੁਸੀਂ ਕਰਾ ਸਕਦੇ, 20 ਤੇ 24 ਹਫ਼ਤੇ ਤੱਕ ਉਹਨਾਂ ਟਰਮ ਦਿੱਤੀ ਹੈ। ਪਰ ਇੰਨਾ ਹੀ ਹੁੰਦਾ ਟਾਈਮ ਉਹਦੇ ਵਿੱਚ, ਜਿੰਨਾ ਟਾਈਮ ਜਿਹੜਾ ਜਦੋਂ ਬੇਸ ਬਣਦਾ, ਜਦੋਂ ਹੁੰਦਾ ਵਾ, ਜਦੋਂ ਕੰਸੈਪਸ਼ਨ ਹੋ ਜਾਂਦੀ ਹੈ,
ਜਦੋਂ ਉਹੀ ਉਹਨਾਂ ਨੇ ਅਬਾਰਟ ਕਰਾਤਾ ਇਹਦਾ ਮਤਲਬ ਸਰਟੀਫਿਕੇਟ ਤਰੀਕੇ ਨਾਲ ਤਾਂ ਫਿਰ ਨਹੀਂ ਰਹਿੰਦਾ ਨਾ ਉਹ ਸਾਰਾ ਕੁਛ। ਇਹ ਗੱਲ ਕਹਿ ਸਕਦੇ ਵੀ ਕਿ ਇਹ ਬਹੁਤ ਇਨੀਸ਼ੀਅਲ ਡੇਜ਼ ਆ, ਤੁਸੀਂ ਡਿਸੀਜਨ ਬਹੁਤ ਇਨੀਸ਼ੀਅਲ ਡੇਜ਼ ਚੱਲਣਾ। ਹਾਂ ਉਹਦੇ 'ਚ ਨਾ ਟਾਈਮ ਦਾ ਬਾਉਂਡ ਕਰ ਦਿੱਤਾ, ਪਰ ਓਵਰਆਲ ਤਾਂ ਪਤਾ ਲੱਗ ਗਿਆ ਨਾ ਬੱਚਾ ਜਿਹਦੇ ਪੈਦਾ ਹੋਣਾ, ਜਿਹਨੂੰ ਪਤਾ ਉਹਨੂੰ ਤਾਂ ਪਤਾ ਲੱਗ ਜਾਂਦਾ ਵੀ ਕਨਸੈਪਸ਼ਨ ਹੈ, ਮੈਂ ਗਰਭਪਾਤ ਕਰਵਾ ਸਕਦੀ ਹਾਂ, ਹੈ ਨਾ, ਉਸ ਤਰੀਕੇ ਨਾਲ। ਕਿਉਂਕਿ ਇਹਦੇ ਉਹਨਾਂ ਨੇ ਕਿਹਾ ਕਈ ਗਰੀਬ ਘਰਾਣੇ ਵੀ ਹੈਗੇ, ਕਈ ਗਰੀਬ ਵਿਚਾਰੇ ਵੀ ਹੈਗੇ, ਕਈ ਲੋਕ ਤਾਂ ਆਜਾਸ਼ ਆ, ਕਈ ਕੁਝ ਕਰਦੇ ਆ, ਉਹਨਾਂ ਨੂੰ ਉਹ ਤਾਂ ਅੱਗੇ ਖੁੱਲ੍ਹ ਤੋਂ ਬਗੈਰ ਹੀ ਕਰ ਜਾਂਦੇ ਸੀ ਜੀ, ਅੰਦਰ ਪਰਦੇ ਦੇ ਕਰ ਜਾਂਦੇ ਸੀ। ਜਿਹੜੇ ਲੋਕ ਗਰੀਬ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਜਾਣਾ ਆਉਣਾ ਪੈਂਦਾ ਸੀ, ਉਹਦੇ 'ਚ ਕੈਮਰੇ ਵੀ ਲੱਗੇ ਆ, ਵੀਡੀਓ ਵੀ ਆ ਰਹੀ ਹੈ, ਸਾਰਾ ਕੁਝ ਹੈਗਾ, ਉਹ ਫੜੇ ਜਾਂਦੇ ਸੀ। ਹੁਣ ਇਹਨਾਂ ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂ ਨਾ ਇਹਨੂੰ ਓਪਨ ਹੀ ਕਰ ਦਿੱਤਾ ਜਾਵੇ, ਕਿਉਂ ਇਹਦੇ ਵਿੱਚੋਂ ਰਿਜ਼ਲਟ ਵੀ ਨੇ ਕੀ ਹੁੰਦਾ, ਰਿਜ਼ਲਟ ਇਹਦਾ ਮਾੜਾ ਨਹੀਂ ਆਊਗਾ, ਫਿਰ ਉਹੀ ਹਾਲ ਹੋਣਾ। ਉਹ ਹੋ ਸਕਦਾ ਇਹਦੇ ਨਾਲ ਜਿਹੜੇ ਕ੍ਰਾਈਮ ਹੋ ਰਿਹਾ ਜਾਂ ਜੋ ਕੁਝ ਪਰਦੇ ਪਿੱਛੇ ਹੋ ਰਿਹਾ ਘਟ ਜਾਊਗਾ। ਹਾਂ ਬਲਕਾਰ ਜੀ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਸਟਾਰਟਿੰਗ ਦੇ ਵਿੱਚ ਛੇੜਨ ਦੀ ਗੱਲ ਵੀ ਕੀਤੀ ਸੀ, ਤੇ ਪਰ ਮੈਂ ਸੋਚਿਆ ਚਲ ਮੈਂ ਬਾਅਦ 'ਚ ਗੱਲ ਕਰੂੰਗਾ। ਹਾਂ ਦਾਦੂਵਾਲ ਸਾਹਿਬ ਦੀ ਕੁਰਸੀ ਹਿੱਲ ਗਈ, ਹਿੱਲ ਗਈ। ਜਗਦੀਸ਼ ਝੀਂਡਾ ਨੂੰ ਇੱਕਦਮ ਉੱਭਰ ਕੇ ਤੇ ਨਾਮ ਆ ਗਿਆ, ਤੇ ਸਾਨੂੰ ਲੱਗਿਆ ਵੀ ਹੁਣ ਇਹੀ ਪ੍ਰਧਾਨ ਆ। ਫਿਰ ਬਾਅਦ ਵਿੱਚ ਲੱਗਿਆ ਕਿ ਇਹ ਪ੍ਰਧਾਨ ਨਹੀਂ ਆ। ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਦਾਦੂਵਾਲ ਸਾਹਿਬ ਨੇ ਕਹਿ ਦਿੱਤਾ ਵੀ ਇਹ ਕਿਤੇ ਪਿੰਡ ਦੀ ਜਾਂ ਕਿਸੇ ਸੱਥ ਦਾ ਪ੍ਰਧਾਨ ਨਹੀਂ ਜਿਹੜਾ ਮੋੜ ਤੇ ਖੜ ਕੇ ਚੁਣ ਲਿਆ, ਇਹ ਬੜਾ ਲੋਕਤਾਂਤਰਿਕ ਤਰੀਕੇ ਦੇ ਨਾਲ। ਕਿੱਦਾਂ ਦੇਖਦੇ ਹੋ ਉਸ ਪੂਰੀ ਲੜਾਈ ਨੂੰ ਖਿੱਚੋ ਤਾਂ? ਫਿਰ ਉਹ ਤਾਂ ਜਿਹੜੀ ਇਹ ਗੱਲ ਚੱਲ ਰਹੀ ਹੈ, ਵੈਸੇ ਲੋਕ ਇਹਦੇ 'ਤੇ ਨਿਰਾਸ਼ਾਵਾਦੀ ਨੇ, ਇਸ ਕਰਕੇ ਕਿ ਇਹ ਧਰਮ ਦਾ ਸੰਕਟ ਨਹੀਂ ਹੈ ਕੋਈ ਵੀ, ਇਹਦੇ ਵਿੱਚ ਪ੍ਰਧਾਨਗੀ ਦਾ ਰੌਲਾ। ਔਰ ਰੌਲਾ ਇਸ ਕਰਕੇ ਪੈ ਗਿਆ ਕਿ ਜਗਦੀਸ਼ ਚੀਡੇਵਾਲ ਜੀ ਪਹਿਲਾਂ ਬਿਮਾਰ ਸੀ, ਉਹਨਾਂ ਦੀ ਸਿਹਤ ਨਾਸਾਜ਼ ਸੀ। ਉਦੋਂ ਉਹਨਾਂ ਨੇ ਕਹਿਤਾ ਕਿ ਮੈਂ ਅਜੇ ਤੱਕ ਨਹੀਂ ਕਰੂੰਗਾ, ਕਿਉਂਕਿ ਆਲਰੇਡੀ ਪ੍ਰਧਾਨ ਉਹੀ ਸੀਗੇ। ਉਹਨਾਂ ਨੇ ਇਨ ਬਿਟਵੀਨ ਕਾਰਜਕਾਰੀ ਤੌਰ 'ਤੇ ਬਲਜੀਤ ਸਿੰਘ ਦਾਦੂਵਾਲ ਨੂੰ ਬਣਾ ਦਿੱਤਾ, ਔਰ ਦਾਦੂਵਾਲ ਸਾਹਿਬ ਤੋਂ ਬਾਅਦ ਜਦੋਂ ਉਹਨਾਂ ਨੇ ਟੇਕ ਓਵਰ ਕੀਤਾ ਤਾਂ ਚੀਡੇਵਾਲ ਸਾਹਿਬ ਫਿਰ ਆ ਗਏ। ਉਹਨਾਂ ਨੇ ਕਹਿਤਾ ਨਹੀਂ, ਇਹ ਗੱਲ ਨਹੀਂ ਹੋ ਸਕਦੀ, ਕਿਉਂਕਿ ਜਿਹੜਾ ਵੀ ਕਾਨੂੰਨੀ ਤੌਰ 'ਤੇ ਮੈਂ ਇਹਦਾ ਪ੍ਰਧਾਨ, ਜਿਹੜਾ ਹਰਿਆਣਾ ਧਾਰਮਿਕ ਸਥਾਨ ਨੇ, ਇਹਨਾਂ ਦੇ ਵਿੱਚ ਸਾਰਿਆਂ 'ਚ ਮੈਂ ਉਸੇ ਤਰ੍ਹਾਂ ਕੰਮ ਕਰੂੰਗਾ ਜਿੱਦਾਂ ਪਹਿਲੋਂ ਕਰਦਾ ਸੀਗਾ। ਇਹਨਾਂ ਨੂੰ ਕੋਈ ਹੱਕ ਨਹੀਂ ਕਿ ਦੁਬਾਰਾ ਆ ਕੇ ਇਸ ਕੁਰਸੀ 'ਤੇ ਆ ਕੇ ਬਹਿਣ, ਮੈਂ ਕਰੂੰਗਾ। ਔਰ ਇਹ ਤੋਂ ਬਾਅਦ ਦਾਦੂਵਾਲ ਨੇ ਵੀ ਇਹਨਾਂ ਨੇ ਕੀਤਾ ਕਿ ਜੇ ਮੈਨੂੰ ਪਹਿਲੋਂ ਬਣਾਇਆ ਗਿਆ, ਔਰ ਉਹ ਕਿਸ ਵਜ੍ਹਾ 'ਚ ਬਣਾ ਕੇ ਦਿੱਤਾ, ਮੈਨੂੰ ਪਹਿਲੋਂ ਲੋਕਾਂ ਨੇ ਐਕਸੈਪਟ ਕਰ ਲਿਆ, ਮੈਨੂੰ ਸਵੀਕਾਰ ਕਰ ਲਿਆ, ਤਾਂ ਮੈਂ ਆ ਗਿਆ। ਉਹ ਤੋਂ ਬਾਅਦ ਕਿਉਂਕਿ ਉਹ ਵੀ ਬੜੇ ਮਹਾਨ ਹਸਤੀ, ਉਹਨਾਂ ਦਾ ਵੀ ਕੰਮ ਚੰਗਾ ਚੱਲਦਾ ਉੱਥੇ, ਔਰ ਉਹਨਾਂ ਨੂੰ ਲੋਕ ਪਿਆਰ ਕਰਦੇ ਆ, ਔਰ ਹਰਿਆਣਾ 'ਚ ਉਹਨਾਂ ਦਾ ਚੰਗਾ ਨਾਮ। ਜਦੋਂ ਉਹਨਾਂ ਨਾਲ ਆਉਣ ਨਾਲ ਇੱਥੋਂ ਇਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ ਨਹੀਂ ਰਹਿਣ ਦਊਂਗਾ, ਤਾਂ ਇਹਦੇ ਬਾਰੇ ਇਹ ਆਪ ਸੋਚ ਲੈਣ, ਕਿਉਂਕਿ ਮੈਨੂੰ ਪਹਿਲੋਂ ਬਣਾਇਆ ਗਿਆ ਸੀਗਾ, ਮੈਂ ਇਹਨੂੰ ਕਿੱਦਾਂ ਰਹਿਣ ਦਊਂਗਾ, ਕਿਉਂਕਿ ਮੈਂ ਐਕਸੈਪਟਡ ਮੈਂ ਹਾਂ। ਉਦੋਂ ਬਾਅਦ ਜਿਹੜੀ ਇੱਥੋਂ ਦੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀ ਹੈ, ਉਹਦੇ ਹਰਜਿੰਦਰ ਸਿੰਘ ਨੇ ਧਾਮੀ ਸਾਹਿਬ, ਉਹਨਾਂ ਨੇ ਕਹਿਤਾ ਕਿ ਨਹੀਂ, ਇਹ ਗੱਲ ਅਸੀਂ ਅਮਿਤ ਸ਼ਾਹ ਨਾਲ ਗੱਲ ਕਰਾਂਗੇ ਉਹਨਾਂ ਨਾਲ, ਕਿਉਂਕਿ ਗੌਰਮੈਂਟ ਨੂੰ ਹੱਕ ਹੈ, ਸਰਕਾਰ ਨੂੰ। ਜਦੋਂ ਇਹ ਕੇਸ ਬਣਿਆ ਸੀਗਾ, ਜਦੋਂ ਪ੍ਰਧਾਨਗੀ ਦੇਣ ਦਾ, ਜਾਂ ਜਦੋਂ ਇਹ ਧਾਰਮਿਕ ਸਥਾਨਾਂ ਦਾ ਜਿਹੜਾ ਅਧਿਕਾਰ ਸੀਗਾ, ਇਹ ਅੰਮ੍ਰਿਤਸਰ ਜਿਹੜੀ ਆ ਸ਼੍ਰੋਮਣੀ ਕਮੇਟੀ ਉਹਦੇ ਕੋਲੇ ਰਹੂਗਾ। ਔਰ ਕਹਿੰਦੇ ਅਸੀਂ ਅਮਿਤ ਸ਼ਾਹ ਨਾਲ ਗੱਲ ਕਰਾਂਗੇ, ਔਰ ਉਹਨਾਂ ਨੂੰ ਅਸੀਂ ਜਾਚਕਾਦਾਰ ਵੀ ਕਰਾਂਗੇ, ਉਹਨਾਂ ਕੋਲ ਆਪਣੀ ਬੇਨਤੀ ਵੀ ਕਰਾਂਗੇ, ਔਰ ਉਹ ਛੇਤੀ ਤੋਂ ਛੇਤੀ ਨਿਬੇੜਾ ਕਰਨਗੇ। ਹੁਣ ਦੋ ਪਾਸੇ ਇਹ ਰੌਲਾ ਪੈ ਗਿਆ, ਇਸ ਕਰਕੇ ਕਿ ਅੰਮ੍ਰਿਤਸਰ ਅਕਾਲੀ ਦਲ ਅਤੇ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਦਾ, ਅਤੇ ਜਿਹੜੀ ਹਰਿਆਣਾ ਸ਼੍ਰੋਮਣੀ ਕਮੇਟੀ, ਉਹਨਾਂ ਦੋਵਾਂ ਦਾ ਹੀ ਇਹ ਅੱਜ ਦਾ ਨਹੀਂ, ਬੜੀ ਦੇਰ ਦਾ ਪਹਿਲਾਂ ਪੈਂਦਾ ਰਿਹਾ। ਹੁਣ ਜੇ ਰੌਲਾ ਪਿਆ ਤਾਂ ਪ੍ਰਧਾਨਗੀ ਤੋਂ ਪੈ ਗਿਆ। ਹੁਣ ਜੇ ਉਹ ਹੀ ਨਜਿੱਠ ਨਹੀਂ ਸਕਦੇ, ਕਿਉਂਕਿ ਜੇ ਉਹਨਾਂ ਨੂੰ ਇਹ ਗੱਲ ਬਣ ਗਈ ਆ, ਤਾਂ ਉਹਨਾਂ ਨੂੰ ਚਾਹੀਦਾ ਹੈਗਾ ਵੀ ਇਸ ਗੱਲ 'ਤੇ ਜੋ ਹੈਗੇ ਉਹਨੂੰ ਫੁੱਲ ਚੜਾਉਣ, ਤਾਂ ਜਿਹੜੇ ਪਹਿਲਾਂ ਚੀਡਾ ਸਾਹਿਬ ਜਾਂ ਉਹਨਾਂ ਨੂੰ ਬਣਾ ਦੇਣ। ਪਰ ਹੁਣ ਇਸ ਵੇਲੇ ਇਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਕਹਿਤਾ ਕਿ ਇਹਦੇ ਵਿੱਚ ਸਿਆਸੀ ਲੋਕ ਵੀ ਆ ਰਲੇ ਆ ਹਰਿਆਣਾ ਦੇ, ਕਿਉਂਕਿ ਹਰਿਆਣਾ ਦੇ ਲੋਕ ਜਿਹੜੇ ਆ ਉਹਨਾਂ ਦਾ ਸੈਂਟਰ ਨਾਲ ਬੜਾ ਸੰਪਰਕ ਆ, ਸੈਂਟਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਗੱਲ ਚੱਲ, ਕਿਉਂਕਿ ਸਰਕਾਰ ਉਹਨਾਂ ਦੀ ਹੈ। ਉਹ ਕਹਿੰਦੇ ਮੋਦੀ ਸਾਹਿਬ ਤੱਕ ਗੱਲ ਪਹੁੰਚਣੀ ਚਾਹੀਦੀ ਹੈ, ਅਮਿਤ ਸ਼ਾਹ ਤੱਕ ਚਲੇਗੀ ਤੇ ਉਹ ਹੋਮ ਮਿਨਿਸਟਰ ਨੇ, ਉਹਨਾਂ ਤੱਕ ਗੱਲ ਚਲੇਗੀ ਤੇ ਗੱਲ ਦਾ ਸੋਲੂਸ਼ਨ ਜਾਂ ਹੱਲ ਹੋ ਜਾਊਗਾ। ਹੁਣ ਦੇਖੋ ਗੱਲ ਧਾਰਮਿਕ ਸਥਾਨ ਦੀ ਹੈ, ਇਹ ਤੋਂ ਬਾਅਦ ਸਿਆਸੀ ਬਣ ਗਈ, ਸਿਆਸੀ ਬਣਨ ਤੋਂ ਬਾਅਦ ਦਿੱਲੀ ਤੱਕ ਗੱਲ ਪਹੁੰਚ ਗਈ। ਔਰ ਜਦੋਂ ਵੀ ਹੁੰਦਾ ਸਿੱਖ ਘਰਾਣੇ ਨੇ ਜਾਂ ਜਿਹੜੇ ਜਾਂ ਸਿੱਖ ਸੰਸਥਾਨ ਨੇ ਜਾਂ ਧਾਰਮਿਕ ਸਥਾਨ ਨੇ, ਇਹਨਾਂ ਦਾ ਅਦਬ ਸਤਿਕਾਰ ਤਾਂ ਦਿੱਲੀ ਕਰਦੇ ਲੋਕ, ਪਰ ਜਦੋਂ ਸਿਆਸੀਵਾਦ ਅੰਦਰ ਆ ਵੜਦਾ, ਉਦੋਂ ਸਾਰਾ ਤਰੀਕਾ ਦੇ ਨਾਲ ਉਹ ਸਾਰਾ ਢਹਿ ਢੇਰੀ ਹੋ ਜਾਂਦਾ। ਹੁਣ ਜੇ ਉਹਨਾਂ ਨੂੰ ਧਾਰਮਿਕ ਸਥਾਨ ਦੇ ਇੱਕ ਪ੍ਰਧਾਨ ਬਣਾਉਣਾ, ਉਹਨਾਂ ਨੂੰ ਬੜੇ ਸਤਿਕਾਰ ਨਾਲ ਸਾਰਾ ਕੁਝ ਹੋ ਜਾਣਾ ਚਾਹੀਦਾ। ਇਹੀ ਪਟਨਾ ਸਾਹਿਬ ਹੋਇਆ ਸੀ, ਜਿਹੜੇ ਤਖਤ ਪਟਨਾ ਸਾਹਿਬ ਆ, ਉੱਥੇ ਵੀ ਉਹਨਾਂ ਦੇ ਬੈਠੇ ਨੇ ਜਿਹੜੇ ਅੱਜ ਕੱਲ੍ਹ ਜਥੇਦਾਰ ਜੀ ਨੇ। ਹੁਣ ਅਵਤਾਰ ਸਿੰਘ ਜੀ ਦੇ ਦੇਹਾਂਤ ਹੋ ਗਿਆ ਤਾਂ ਦੁਨੀਆ ਤੋਂ ਚਲੇ ਗਏ, ਪਰ ਜਿਹੜੇ ਪਹਿਲਾਂ ਸੀਗੇ ਉਹਨਾਂ ਦਾ ਆਪਸੀ ਰੌਲਾ ਰਿਹਾ ਜਦੋਂ ਜਿਹੜੇ ਉੱਥੋਂ ਦੇ ਜਥੇਦਾਰੀ ਦਾ। ਹੁਣ ਜਥੇਦਾਰ ਨਵੇਂ ਆਏ ਆ, ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀਆਂ ਕੁਝ ਜਥੇਦਾਰੀਆਂ 'ਚ ਵੀ ਰੌਲਾ ਰਹਿੰਦਾ ਹੈਗਾ। ਔਰ ਖ਼ਾਸ ਤੌਰ 'ਤੇ ਇਹ ਸਿਆਸੀ ਹਮਲਾ ਹੁੰਦਾ ਹਰ ਇੱਕ 'ਤੇ ਹੀ, ਕਿਉਂਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਜਿਹੜਾ ਆਪਣੇ ਨਾਲ ਦੇ ਨੇ ਆਪਣੇ ਹੋਮ ਮਿਨਿਸਟਰ, ਅਤੇ ਫਿਰ ਇੱਧਰ ਆ ਕੇ ਬਾਦਲ ਸਾਹਿਬ ਤੱਕ ਗੱਲ ਹੁੰਦੀ ਹੈ।
ਕਿਉਂਕਿ ਇਹ ਬਾਦਲ ਸਾਹਿਬ ਦਾ ਜਿਹੜਾ ਇਸ ਵੇਲੇ ਗਰੁੱਪ ਹੈ ਚਾਹੁੰਦੇ ਨੇ ਕਿ ਇਹਨੂੰ ਨੈਸ਼ਨਲਾਈਜ਼ ਕੀਤਾ ਜਾਵੇ, ਸਾਰੇ ਗੁਰਦੁਆਰੇ ਜਿਹੜੇ ਆ ਸਾਡੇ ਅੰਡਰ ਹੋਣੇ ਚਾਹੀਦੇ ਵਾਕਈ। ਆ। ਇਸ ਕਰਕੇ ਅਸੀਂ ਹਰਿਆਣਾ ਨੂੰ ਹੱਕ ਨਹੀਂ ਦੇਵਾਂਗੇ। ਤੇ ਹਰਿਆਣਾ 'ਚ ਤੇ ਇੱਕ ਛੋਟੀ ਜਿਹੀ ਇਕਾਈ ਤੋਂ ਰੌਲਾ ਪੈ ਗਿਆ ਤਾਂ ਉਹਨਾਂ ਗਾਂ ਅੱਗੇ ਕੀ ਕਰਨਾ, ਵਾਕਈ। ਪ੍ਰਧਾਨਗੀ ਤੋਂ ਰੌਲਾ ਪੈ ਗਿਆ ਬਸ। ਅੱਛਾ, ਅਮਰੀਕਾ ਥੋੜਾ ਜਿਹਾ ਕਰ ਲੈਣੇ ਗੱਲ। ਅਮਰੀਕਾ ਜਿਹੜਾ ਆ ਗ੍ਰੀਨ ਕਾਰਡ ਸੰਬੰਧੀ ਬਿੱਲ ਪੇਸ਼ ਹੋਇਆ, ਹਾਂ ਔਰ ਇਸ ਤੋਂ ਇਲਾਵਾ ਬੜੇ ਸਾਰੇ ਇਹਦੇ ਨਾਲ ਫਾਈਨੈਂਸ਼ੀਅਲੀ ਵੀ ਜੁੜਦੇ ਕਿ 80 ਕੁ ਲੱਖ ਲੋਕ ਜਿਹੜੇ ਨੇ ਉਹਨਾਂ ਨੂੰ ਫਾਇਦਾ ਲੈ ਲੈਣਗੇ। ਹਾਂ, ਕੀ ਖਬਰ ਹੈ ਇਹ? ਇਹ ਗੱਲ ਤਾਂ ਵੈਸੇ ਅੱਛੀ ਹੈ। ਜਿਹੜੇ ਲੋਕ ਵਿਚਾਰੇ 7 ਸਾਲ ਤੋਂ ਇਦਾਂ ਬੈਠੇ ਸੀ ਵਿਚਾਰੇ, H1B1 ਵੀਜ਼ਾ। ਹਾਂ, H1B1 ਉੱਥੋਂ ਬੈਠੇ ਸੀ। ਉਹਦੇ ਬਾਅਦ ਇਹਨਾਂ ਨੇ ਹੁਣ ਇਹ ਕੇਸ ਦਾਇਰ ਭੇਜ ਦਿੱਤਾ ਉੱਚ ਕਾਂਗਰਸ ਅੰਦਰ, ਔਰ ਉਹਦੇ ਵਿੱਚ ਜਿਹਨੇ 4 ਨੁਮਾਇੰਦੇ ਨੇ ਕੰਜ਼ਰਵੇਟਿਵ ਪਾਰਟੀ ਦੇ ਨਾਲ ਇਹਨਾਂ ਨੇ ਭੇਜਿਆ। ਹੁਣ ਦੇਖੋ ਉਹਦੇ ਬਾਅਦ ਉਹਦੇ ਤੇ ਕੀ ਅਸਰ ਹੁੰਦਾ, ਪਰ ਇਹਦਾ ਜੇ ਬਿੱਲ ਬਣ ਗਿਆ, ਜੇ ਪਾਸ ਹੋ ਗਿਆ ਤੇ ਬਹੁਤ ਲੋਕਾਂ ਨੂੰ ਫਾਇਦਾ ਹੋਊਗਾ। ਇਸ ਕਰਕੇ ਹੋਊਗਾ ਕਿ ਵਿਚਾਰੇ ਇਲੀਗਲ ਤੌਰ ਤੇ ਜਾਂ ਕਈ ਤਰੀਕੇ ਨਾਲ ਬੈਠੇ ਲੋਕ ਛਿਪ ਕੇ ਵੀ ਕਈ ਬੈਠੇ ਸੀ, ਕਈ ਮੈਕਸੀਕੋ ਵਾਲੇ ਅਸਾਈਲਮ ਕੇਸ ਜਿਹੜੇ ਕੰਧਾਂ ਟੱਪ ਕੇ ਆਏ, ਕਈ ਕੁਛ ਆਏ ਆ, ਔਰ ਉਹਨਾਂ ਲੋਕਾਂ ਲਈ ਇਹ ਬਿਲਕੁਲ ਬੜਾ ਵੱਡਾ ਮੰਨ ਲਓ ਫਾਇਦੇਮੰਦ ਦਾ ਜਿਹੜਾ ਤਰੀਕਾ ਹੈਗਾ, ਕਿਉਂਕਿ ਉਹ ਲੋਕ ਉੱਥੋਂ ਦੀ ਧਰਤੀ ਦੇ ਵਸਨੀਕ ਬਣ ਜਾਣਗੇ, ਉਹਨਾਂ ਨੂੰ ਸਾਰੀ ਫੈਸਿਲਿਟੀ ਮਿਲ ਜੂਗੀ, ਉੱਥੋਂ ਦਾ ਰਹਿਣ ਸਹਿਣ ਮਿਲ ਜੂਗਾ, ਔਰ ਉਹ ਪੰਜਾਬ ਨੂੰ ਵੱਲ ਮੁੜ ਕੇ ਮੂੰਹ ਨਹੀਂ ਮੋੜਨਗੇ। ਕਿਉਂਕਿ ਪੰਜਾਬ ਇਕੱਲੇ ਤੋਂ ਨਹੀਂ, ਬਾਕੀ ਸੂਬਿਆਂ 'ਚ ਵੀ ਲੋਕ ਗਏ ਆ, ਉਹ 'ਚ ਚਾਈਨਾ ਦੇ ਲੋਕ ਵੀ ਹੋਣਗੇ, ਹੋਰ ਵੀ ਲੋਕ ਹੈਗੇ ਆ, ਔਰ ਇਹ ਡਿਸੀਜਨ ਤਾਂ ਅੱਛਾ ਉਹਨਾਂ ਦਾ ਜਿਹੜਾ ਉਹਨਾਂ ਨੇ ਹੁਣ ਲਿਆ। ਔਰ ਅਮਰੀਕਾ 'ਚ ਕਈ ਵਾਰੀ ਇਦਾਂ ਦੇ ਲੈ ਗਏ ਡਿਸੀਜਨ, ਜਿਹੜੇ ਲੋਕ ਪੈਂਡਿੰਗ ਹੁੰਦੇ ਆ, ਜਿਹੜੇ ਬੈਠੇ ਨੇ, ਜਿਨ੍ਹਾਂ ਦੀ ਅਰਜ਼ੀਆਂ ਲੱਗੀਆਂ ਵਾ, ਜਿਹੜੇ ਸਬਮਿਟ ਕਰ ਚੁੱਕੇ ਆ, ਉਹਨਾਂ ਦੇ ਲਈ ਕਾਨੂੰਨ ਦਾ ਕਾਰਵਾਈ ਹੋ ਕੇ ਉਹ 'ਚ ਫਿਰ ਬਿੱਲ ਬਣ ਜਾਂਦਾ, ਰਾਸ਼ਟਰਪਤੀ ਦੇ ਸਾਈਨ ਹੋ ਕੇ ਫਿਰ ਬਾਕਾਇਦਾ ਤੌਰ ਤੇ ਲਾਅ ਬਣ ਕੇ ਇਮੀਗ੍ਰੇਸ਼ਨ ਡਿਪਾਰਟਮੈਂਟ ਕੋਲ ਚਲੇ ਜਾਂਦਾ, ਤੇ ਲੋਕ ਬੱਲੇ ਬੱਲੇ ਹੋ ਜਾਂਦੀ ਲੋਕਾਂ ਦੀ, ਸਾਰਿਆਂ ਦੀ। ਇਹ ਆ। ਚਲੋ, ਉਮੀਦ ਹੈ ਕਿ ਇਹਨਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਔਰ ਇਹ ਆਪਣੇ ਰੋਜ਼ਗਾਰ ਦੇ ਉੱਤੇ ਸਟਿਕ ਰਹਿਣ, ਕਿਉਂਕਿ ਰੋਜ਼ਗਾਰ ਦੀ ਭਾਲ ਦੇ ਵਿੱਚ ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਲੋਕੀ ਜਾਂਦੇ ਨੇ। ਕਿੱਥੇ ਜਾਂਦੇ ਵਿਚਾਰੇ, ਆਪਣੀ ਜ਼ਮੀਨ ਛੱਡ ਕੇ, ਆਪਣੀ ਦੁਨੀਆ ਛੱਡ ਕੇ, ਬੱਚੇ ਛੱਡ ਕੇ ਵਿਚਾਰੇ ਜਾਂਦੇ ਉੱਤੇ। ਵਾਕਈ। ਸੋ ਤੁਸੀਂ ਦੇਖਦੇ ਰਹੋ ਪੰਜਾਬ ਮੇਰੀ USA TV। ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਵਾਕਈ ਇਦਾਂ ਦੀਆਂ ਖਬਰਾਂ ਲੈ ਕੇ ਆਉਂਦੇ ਰਹੀਏ ਜਿਹੜੀਆਂ ਚੱਲਣ ਤਮਾਮੇ ਦੇ ਨਾਲ ਸੰਬੰਧਿਤ ਹੋਣਗੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।